ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਤਿਗੁਰੂ ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਜਿੰਨਾ ਵੀ ਉਪਦੇਸ਼ ਹੈ ਉਹ ਆਪਣੇ ਮਨ ਨੂੰ ਦਿੱਤਾ ਜਾਂਦਾ, ਸਾਡੇ ਮਨ ਨੂੰ ਸਮਝਾਉਂਦੇ ਬਈ ਤੂੰ ਕਿਸੇ ਕਿਸਮ ਦੀ ਕੋਈ ਚਿੰਤਾ ਕੋਈ ਫਿਕਰ ਨਾ ਕਰ, ਬਈ ਤੂੰ ਇੱਧਰ ਮਾਇਆ ਦੇ ਵਿੱਚ ਡੋਲ ਨਾ, ਭਰਮ ਦੇ ਵਿੱਚ ਨਾ ਪਏ, ਬਈ ਜੋ ਸਿਰਜਣਹਾਰ ਹੈ ਮਾਲਕ, ਜਿਹਨੇ ਸਾਡੀ ਸਿਰਜਣਾ ਕੀਤੀ, ਜਿਹਨੇ ਸਾਨੂੰ ਮਾਤਾ ਦੇ ਗਰਭ ਦੇ ਵਿੱਚ, ਅਗਨ ਦੇ ਵਿੱਚ ਸਾਡੀ ਰੱਖਿਆ ਕੀਤੀ, ਉਹੀਓ ਸਾਡੇ ਮਨ ਦਾ ਆਸਰਾ, ਉਹੀਓ ਆਧਾਰ ਬਣਦਾ। ਇਸ ਲਈ ਸਤਿਗੁਰੂ ਫਰਮਾਉਂਦੇ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜੈਨ ਪਦਾਇਸ ਤੂੰ ਕੀਆ ਸੋਈ ਦੇ ਆਧਾਰ। ਬਈ ਜਿਹਨੇ ਸਾਨੂੰ ਪੈਦਾ ਕੀਤਾ ਉਹ ਸਾਡਾ ਸਿਰਜਣਹਾਰ ਮਾਲਕ, ਉਹ ਸਾਡੇ ਸਾਰਿਆਂ ਦਾ ਆਸਰਾ, ਉਹੀਓ ਸਾਡੀ ਪਾਲਣਾ ਪੋਸ਼ਣ ਕਰਦਾ ਹੈ, ਅਤੇ ਉਹੀਓ ਸਾਡੇ ਮਨ ਦੀਆਂ, ਸਾਡੇ ਤਨ ਦੀਆਂ ਲੋੜਾਂ ਪੂਰੀਆਂ ਕਰਦਾ। ਹੁਣ ਮਨ ਨੂੰ ਸਮਝਾਉਂਦੇ ਵੀ ਤੂੰ ਚਿੰਤਾ, ਤੂੰ ਫਿਕਰ ਨਾ ਕਰ, ਤੂੰ ਡੋਲ ਨਾ ਭਰਮ ਦੇ ਵਿੱਚ,
ਹੁਣ ਉਹਦੇ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਚਿੰਤਾ ਨਾ ਕਰੋ। ਕਿਉਂਕਿ ਜਿਹੜੀ ਚਿੰਤਾ ਹੈ ਉਹ ਕਰਤੇ ਨੂੰ ਹੈ ਜਿਹਨੇ ਸਾਨੂੰ ਪੈਦਾ ਕੀਤਾ, ਜਿਹਨੇ ਸਾਨੂੰ ਇਸ ਲੋਕ 'ਚ ਭੇਜੇ। ਰਮਾਉਂਦੇ ਸੋ ਕਰਤਾ ਚਿੰਤਾ ਕਰੇ, ਜਨ ਪਾਇਆ ਜਗ। ਵੀ ਜਿਹਨੇ ਸਿਰਜਣਾ ਕੀਤੀ ਹੈ ਉਹਨੂੰ ਆਪਦੇ ਬੱਚਿਆਂ ਦੀ ਚਿੰਤਾ ਵੀ, ਫਿਕਰ ਵੀ। ਸਾਨੂੰ ਸਭ ਨੂੰ ਉਹ ਆਪਦੀ ਨਜ਼ਰ ਹੇਠ ਰੱਖਦਾ। ਜਿੰਨੀ ਵੀ ਮਾਲਕ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਸਾਰੇ ਹੀ ਜੀਵ ਉਹਦੀ ਨਜ਼ਰ ਹੇਠ ਨੇ, ਕੋਈ ਵੀ ਉਹਦੀ ਨਜ਼ਰ ਤੋਂ ਬਾਹਰ ਨਹੀਂ ਹੈ। ਰਮਾਉਂਦੇ ਨੇ ਸਭ ਨਜ਼ਰੀ ਅੰਦਰ ਰੱਖਦਾ, ਜੇਤੀ ਸ੍ਰਿਸ਼ਟ ਸਭ ਕੀਤੀ। ਹੁਣ ਜਿੰਨੀ ਵੀ ਮਾਲਕ ਨੇ ਸ੍ਰਿਸ਼ਟੀ ਪੈਦਾ ਕੀਤੀ, ਸਭ ਉਹਦੀ ਨਜ਼ਰ ਹੇਠ, ਸਭ ਨੂੰ ਦੇਖ ਰਹੀ ਅਤੇ ਸਭ ਦੀ ਪਾਲਣਾ ਪੋਸ਼ਣਾ ਕਰ ਰਹੇ, ਸਭ ਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਹੀ। ਜਿੰਨਾ ਸਾਨੂੰ ਸਮਾਂ ਦਿੱਤਾ ਹੈ ਖੇਲਣ ਵਾਸਤੇ, ਉਹਨੇ ਸਾਨੂੰ ਸਵਾਸ ਦੇਣੇ ਦੇਣੇ। ਹੁਣ ਆਪਾਂ ਨੂੰ ਫਿਰ ਇਸ ਲਈ ਕਹਿੰਦੇ ਤੁਸੀਂ ਚਿੰਤਾ ਨਾ ਕਰੋ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮੈਂ ਜੀਓ ਪਾਏ ਕੇ ਤਿੰਨਾਂ ਵੀ ਰੋਜੀ ਦੇ। ਬਈ ਜਿੱਥੇ ਵੀ ਜੀਵ ਮਾਲਕ ਨੇ ਪੈਦਾ ਕੀਤੇ, ਉੱਥੇ ਉਹਨਾਂ ਨੂੰ ਰਿਜ਼ਕ ਵੀ ਪੜਾਉਂਦਾ, ਉੱਥੇ ਰੋਜੀ ਵੀ ਦਿੰਦਾ ਉਹਨਾਂ ਨੂੰ। ਜੀਵਾਂ ਦਾ ਆਹਾਰ ਜੀਵ ਬਣਾਏ ਨੇ, ਅਤੇ ਹਰ ਇੱਕ ਜੀਵ ਨੂੰ ਉਹ ਲੋੜ ਮੁਤਾਬਕ ਸਭ ਨੂੰ ਦਿੰਦਾ। ਹੁਣ ਆਪਾਂ ਨੂੰ ਫਿਰ ਇਸ ਲਈ ਮਿਸਾਲਾਂ ਦਿੱਤੀ ਦੂਸਰੇ ਜੀਵਾਂ ਦੀ, ਬਈ ਤਾਂ ਕਿ ਮਾਨਸ ਜਾਮੇ ਵਿੱਚ ਸਾਨੂੰ ਰਹਿੰਦੇ ਹੋਏ ਪਰਮਾਤਮਾ 'ਤੇ ਭਰੋਸਾ ਆ ਜੇ, ਸਾਨੂੰ ਉਹਦੇ 'ਤੇ ਪ੍ਰਤੀਤ ਆ ਜੇ। ਹੁਣ ਇਹ ਸਾਰਾ ਖੇਲ ਭਰੋਸੇ ਦਾ, ਪ੍ਰਤੀਤ ਦਾ। ਜਦੋਂ ਅਸੀਂ ਦੁਖੀ ਹੁੰਦੇ ਹਾਂ, ਸ਼ਾਂਤ ਹੁੰਦੇ ਹਾਂ, ਮਾਲਕ ਦੇਖਦਾ ਵੀ ਮੇਰੇ ਬੱਚੇ ਨੇ ਦੁਖੀ ਹੋ ਰਹੇ ਨੇ, ਉਹ ਸਾਡੇ ਸਾਹਮਣੇ ਆ ਜਾਂਦਾ ਵੀ ਦੁਖੀ ਨਾ ਹੋਵੋ, ਤੁਸੀਂ ਮੈਨੂੰ ਦੇਖ ਲਓ, ਮੇਰੀ ਸਨਮੁਖ ਹੋ ਜਾਓ। ਹੁਣ ਜਦੋਂ ਸਾਡੇ ਸਾਹਮਣੇ ਵੀ ਆਉਂਦਾ ਹੈ, ਸਾਨੂੰ ਪ੍ਰਤੀਤ ਨਹੀਂ ਆਉਂਦੀ, ਸਾਨੂੰ ਭਰੋਸਾ ਨਹੀਂ ਆਉਂਦਾ ਬਈ ਇਹ ਸਾਡਾ ਜਨਮਦਾਤਾ, ਇਹ ਸਾਡਾ ਸਿਰਜਣਹਾਰ ਹੈ ਜਿਹਨੇ ਸਾਨੂੰ ਪੈਦਾ ਕੀਤਾ। ਮਹਾਰਾਜ ਕਹਿੰਦੇ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈ, ਸ਼ਬਦ ਨਾ ਕਰੇ ਵਿਚਾਰ। ਬਈ ਜਦ ਤੱਕ ਹੁਣ ਅਸੀਂ ਸ਼ਬਦ ਦੀ ਵਿਚਾਰ ਨਹੀਂ ਕਰਾਂਗੇ, ਨਹੀਂ ਸਾਧ ਸੰਗਤ ਕਰਾਂਗੇ, ਸਾਨੂੰ ਦਰਸ਼ਨਾਂ ਦਾ ਵੀ ਭਰੋਸਾ ਨਹੀਂ ਆਉਂਦਾ, ਪ੍ਰਤੀਤ ਨਹੀਂ ਆਉਂਦੀ। ਸਾਡੇ ਉਹ ਸਾਹਮਣੇ ਵੀ ਆ ਜਾਂਦਾ, ਸਾਨੂੰ ਫਿਰ ਵੀ ਨਹੀਂ ਭਰੋਸਾ ਹੁੰਦਾ ਵੀ ਇਹ ਮਾਲਕ ਹੈ। ਹੁਣ ਫਿਰ ਸਾਨੂੰ ਸ਼ਬਦਾਂ ਦੇ ਵਿੱਚ ਸਾਰਾ ਭੇਦ ਦਿੱਤਾ ਗਿਆ, ਗੁਰਬਾਣੀ ਗੁਰੂ ਵਿੱਚ ਸਮਝਾਇਆ ਕਿ ਬਈ ਜੇ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਸ਼ਬਦਾਂ ਦੇ ਵਿੱਚ ਸਾਰਾ ਸਮਝਾਇਆ ਗਿਆ, ਤੁਸੀਂ ਖੋਜ ਕਰਕੇ ਫਿਰ ਆਪਾਂ ਨੂੰ ਕਹਿੰਦੇ ਸਤਿਗੁਰੂ ਤੁਸੀਂ ਮਿਲ ਸਕਦੇ। ਸ਼ਬਦਾਂ ਦੇ ਵਿੱਚ ਸਮਝਾਇਆ ਤਾਂ ਸਾਰਾ ਗਿਆ, ਭੇਦ ਦਿੱਤਾ ਗਿਆ, ਪਰ ਸਤਿਗੁਰੂ ਕਹਿੰਦੇ ਵੀ ਇਹਨੂੰ ਬੁੱਝੇਗਾ ਵੀ ਵਿਰਲਾ ਹੀ, ਜਾਣੇਗਾ ਵੀ ਵਿਰਲਾ ਹੀ। ਰਮਾਉਂਦੇ ਨੇ ਸ਼ਬਦਾਂ ਮਾਹੇ ਵਖਾਣੀ ਹੈ, ਵਿਰਲਾ ਤਾਂ ਬੁੱਝੇ ਕੋਈ। ਬਈ ਸ਼ਬਦਾਂ ਦੇ ਵਿੱਚ ਵਿਖਿਆਨ ਤਾਂ ਸਾਰਾ ਕੀਤਾ ਹੈ ਗੁਰਬਾਣੀ ਗੁਰੂ ਵਿੱਚ, ਵੀ ਕਿਵੇਂ ਅਸੀਂ ਪਰਮਾਤਮਾ ਤੋਂ ਵਿਛੜੇ, ਕਿਵੇਂ ਅਸੀਂ ਵਾਪਸ ਪਰਮਾਤਮਾ ਨਾਲ ਮਿਲਾਪ ਕਰਨਾ, ਕਿਵੇਂ ਇਹ ਸਾਰਾ ਬ੍ਰਹਮ ਤੋਂ, ਸੱਚ ਤੋਂ ਪਸਾਰਾ ਹੋਇਆ, ਕਿਵੇਂ ਇਹ ਬ੍ਰਹਮ ਪਸਰਿਆ ਅਤੇ ਕਿਵੇਂ
ਫਿਰ ਅਸੀਂ ਬ੍ਰਹਮ ਦੇ ਵਿੱਚ ਲੀਨ ਹੋਣਾ। ਇਹ ਸਾਰਾ ਸਾਨੂੰ ਸ਼ਬਦਾਂ ਦੇ ਵਿੱਚ ਸਮਝਾਇਆ ਗਿਆ, ਭੇਦ ਦਿੱਤਾ ਗਿਆ। ਪਰ ਜਦੋਂ ਅਸੀਂ ਆਪਦੀ ਮੱਤ ਦੁਆਰਾ ਚੱਲਦੇ ਹਾਂ, ਫਿਰ ਜੀਵ ਗੁਰਬਾਣੀ ਨੂੰ ਵੀ ਇੱਕ ਕਰਮ ਬਣਾ ਲੈਂਦੇ। ਜਿਵੇਂ ਕਿਸੇ ਨੇ ਕਰਮ ਬਣਾ ਲਿਆ ਵੀ ਪੜ੍ਹਨਾ, ਕਿਸੇ ਨੇ ਕਰਮ ਬਣਾ ਲਿਆ ਵੀ ਅਸੀਂ ਗਾਉਣਾ। ਪਰ ਮਹਾਰਾਜ ਕਹਿੰਦੇ ਵੀ ਅੰਦਰ ਤ੍ਰਿਸ਼ਨਾ ਹੈ, ਅੰਦਰ ਵਿਕਾਰ ਨੇ ਉਵੇਂ। ਸਤਿਗੁਰੂ ਫਰਮਾਉਂਦੇ ਪੜ੍ਹਨਾ ਗਾਉਣਾ ਸੰਸਾਰ ਕੀ ਕਾਰ, ਅੰਤਰ ਤ੍ਰਿਸ਼ਨਾ ਬੇਕਾਰ। ਵੀ ਜੀਵਾਂ ਨੇ ਇੱਕ ਕਾਰ ਬਣਾ ਲਈ ਕਰਮ, ਵੀ ਪੜ੍ਹਨਾ, ਜਾਂ ਕਿਸੇ ਨੇ ਕਹਿਤਾ ਅਸੀਂ ਗਾਉਣਾ। ਹਰ ਅੰਦਰ ਜਿਹੜੀ ਤ੍ਰਿਸ਼ਨਾ, ਉਹ ਤ੍ਰਿਸ਼ਨਾ ਨਹੀਂ ਵਹਿਦੀ, ਵਿਕਾਰ ਨਹੀਂ ਜਾਂਦੇ। ਹੁਣ ਤਾਈਓ ਫਿਰ ਸਤਿਗੁਰੂ ਸਾਨੂੰ ਕਹਿੰਦੇ ਵੀ ਕੀ ਗੱਭਰੂ ਤੇ ਕੀ ਵਿਰਧ। ਵੀ ਚਾਹੇ ਮਨਮੁਖ ਗੱਭਰੂ ਹੈ, ਚਾਹੇ ਜਵਾਨ ਹੈ, ਤੇ ਚਾਹੇ ਮਨਮੁਖ ਬਿਰਧ ਹੋ ਗਏ, ਬਜ਼ੁਰਗ ਹੋ ਗਏ। ਹੁਣ ਉਹਦੇ ਅੰਦਰੋਂ ਜਿਹੜੀ ਤ੍ਰਿਸ਼ਨਾ, ਇਹ ਤ੍ਰਿਸ਼ਨਾ ਨਹੀਂ ਜਾਂਦੀ, ਖਤਮ ਨਹੀਂ ਹੁੰਦੀ। ਸਤਿਗੁਰੂ ਕਹਿੰਦੇ ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਅੰਤਰ ਤ੍ਰਿਸ਼ਨਾ ਭੁੱਖ ਨਾ ਜਾਏ। ਬਈ ਕੀ ਗੱਭਰੂ ਤੇ ਕੀ ਬਿਰਧ, ਮਨਮੁਖ ਦੇ ਅੰਦਰੋਂ ਤ੍ਰਿਸ਼ਨਾ ਖਤਮ ਹੀ ਨਹੀਂ ਹੁੰਦੀ। ਜਿਹੜੇ ਨੇਤਰ ਨੇ, ਨੇਤਰਾਂ ਨੂੰ ਦੇਖਣ ਦੀ ਤ੍ਰਿਸ਼ਨਾ, ਮਾਇਆ ਨੂੰ, ਪਰਾਇਆ ਧਨ ਦੇਖੀ ਜਾਂਦੇ। ਜਿਹੜੇ ਕੰਨ ਨੇ, ਕੰਨਾਂ ਨੂੰ ਸੁਣਨ ਦੀ ਤ੍ਰਿਸ਼ਨਾ, ਸੰਸਾਰ ਦੀ ਨਿੰਦਿਆ, ਚੁਗਲੀ, ਦੁਬਦਾ ਦੀਆਂ ਗੱਲਾਂ ਸੁਣੀ ਜਾਂਦੇ। ਜਿਹੜੀ ਇਹ ਰਸਨਾ, ਇਹ ਮੁੱਖ, ਇਹ ਨਹੀਂ ਰੱਜਦਾ ਸੰਸਾਰ ਦੀਆਂ ਗੱਲਾਂ ਕਰ ਕਰਕੇ, ਰਸਨਾ ਦੀ ਤ੍ਰਿਪਤੀ ਨਹੀਂ ਹੁੰਦੀ। ਇਹਨੂੰ ਫਿਰ ਕਹਿੰਦੇ ਵੀ ਮਨ ਜਿਹੜਾ ਇਹ ਭੁੱਖਾ ਹੈ। ਭੁੱਖੇ ਦੀ ਇਹਦੀ ਭੁੱਖ ਕਿਵੇਂ ਉਤਰੇ, ਭੁੱਖ ਜਾਵੇ ਕਿਵੇਂ? ਇਹਦੀ ਭੁੱਖ ਤਾਂ ਜਾਵੇ ਜੇ ਪਰਮਾਤਮਾ ਦੇ ਗੁਣ ਗਾਵੇ, ਜੇ ਉਹਦਾ ਸਿਮਰਨ ਕਰੇ, ਜੇ ਸਤ ਸੰਗਤ ਕਰੇ, ਗੁਰੂ ਦੀ ਮੱਤ ਲਵੇ। ਗੁਰੂ ਨਾਨਕ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ, ਆਖਣ ਆਖ ਨਾ ਰੱਜੇ, ਸੁਣ ਨਾ ਰੱਜੇ ਕੰਨ, ਅੱਖੀਂ ਵੇਖ ਨਾ ਰੱਜੀਆਂ, ਗੁਣ ਗਾਹਕ ਇੱਕ ਬੰਨ, ਭੁੱਖਿਆਂ ਭੁੱਖ ਨਾ ਉਤਰੇ, ਗੱਲੀਂ ਭੁੱਖ ਨਾ ਜਾਏ। ਬਈ ਗੱਲਾਂ ਦੇ ਨਾਲ ਇਹ ਭੁੱਖੇ ਦੀ ਭੁੱਖ ਨਹੀਂ ਜਾਂਦੀ। ਨਾ ਅੱਖਾਂ ਦੀ ਭੁੱਖ ਜਾਵੇ, ਨਾ ਕੰਨਾਂ ਦੀ ਜਾਵੇ, ਨਾ ਆਖਣ ਆਖ ਆਖ ਰੱਜੇ ਮੁੱਖ। ਹੁਣ ਸਤਿਗੁਰੂ ਕਹਿੰਦੇ ਇਹ ਗੱਲਾਂ ਨਾਲ ਨਹੀਂ ਜਾ, ਕਿਵੇਂ ਜਾਵੇ? ਮਹਾਰਾਜ ਕਹਿੰਦੇ ਵੀ ਜਾਵੇ ਤਾਂ ਜੇ ਮਾਲਕ ਦੇ ਗੁਣ ਗਾ ਕੇ ਉਹਦੇ 'ਚ ਸਮਾਵੇ। ਇਸ ਲਈ ਕਹਿੰਦੇ ਨਾਨਕ ਭੁੱਖਾ ਤਾਂ ਰੱਜੇ, ਜੇ ਗੁਣ ਕਹਿ ਗੁਣੀ ਸਮਾਏ। ਵੀ ਜੇ ਮਾਲਕ ਦੇ ਗੁਣ ਗਾ ਗਾ ਕੇ ਉਹਦੇ ਵਿੱਚ ਹੀ ਸਮਾ ਜੇ, ਮਾਲਕ ਦਾ ਹੀ ਰੂਪ ਹੋ ਜੇ, ਉਹਦੇ ਵਿੱਚ ਹੀ ਲੀਨ ਹੋ ਜੇ, ਇਹਦੀ ਭੁੱਖ ਪਿਆਸ ਖਤਮ ਹੋ ਜੇ, ਇਹ ਫਿਰ ਮਾਲਕ ਦਾ ਹੀ ਰੂਪ ਹੋ ਜਾਂਦਾ। ਹੁਣ ਉਹਦੇ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਇਹ ਬਾਹਰੀ ਜੀਵ ਕਿੰਨੀ ਵੀ ਧਨ ਦੌਲਤ ਇਕੱਠੀ ਕਰ ਲੈ, ਕਿੰਨਾ ਹੀ ਉਹ ਜ਼ਮੀਨ ਜਾਇਦਾਦ ਪੁਰੀਆਂ ਦਾ ਮਾਲਕ ਬਣ ਜੇ, ਉਹਨੇ ਭੁੱਖੇ ਦਾ ਫਿਰ ਭੁੱਖਾ ਹੀ ਰਹਿਣਾ, ਉਹਦੀ ਭੁੱਖ ਮਿਟਣੀ ਨਹੀਂ। ਮਹਾਰਾਜ ਇਸ ਲਈ ਫਰਮਾਉਂਦੇ ਭੁੱਖਿਆਂ ਭੁੱਖ ਨਾ ਉਤਰੇ, ਜੇ ਬੰਨਾ ਪੁਰੀਆਂ ਭਾਰ। ਵੀ ਕਿੰਨਾ ਵੀ ਉਹ ਪੁਰੀਆਂ ਦਾ ਮਾਲਕ ਬਣ ਜੇ, ਉਹ ਭੁੱਖੇ ਨੇ ਫਿਰ ਭੁੱਖੇ ਦਾ ਭੁੱਖਾ ਹੀ ਰਹਿਣਾ।
ਔਰ ਇਸ ਲਈ ਫਿਰ ਸਾਨੂੰ ਕਹਿੰਦੇ ਵੀ ਸਾਡੀ ਤ੍ਰਿਪਤੀ ਕਿਵੇਂ ਹੋਵੇ, ਭੁੱਖੇ ਹੋਏ ਅਸੀਂ ਰੱਜੀਏ ਕਿਵੇਂ। ਜਿਵੇਂ ਆਮ ਜੀਵ ਕਹਿ ਦਿੰਦੇ ਨੇ ਵੀ ਇਹਦੀ ਨੀਤ ਬੜੀ ਮਾੜੀ ਹੈ ਜੀ, ਬੜਾ ਭੁੱਖਾ, ਬੜੀ ਭੁੱਖ ਹੈ ਇਹਨੂੰ। ਹੁਣ ਸਾਡੀ ਨੀਤ ਕਿਵੇਂ ਰੱਜੇ, ਸਾਡਾ ਮਨ ਕਿਵੇਂ ਰੱਜੇ, ਇਹਦੀ ਭੁੱਖੇ ਦੀ ਭੁੱਖ ਕਿਵੇਂ ਉਤਰੇ। ਔਰ ਇਹਦੀ ਨੀਤ ਫੇਰ ਰੱਜਣੀ, ਭੁੱਖੇ ਦੀ ਭੁੱਖ ਫੇਰ ਉਤਰਨੀ ਜੇ ਅਸੀਂ ਨਾਮ ਦੇ ਨਾਲ ਜੁੜਾਂਗੇ। ਜੇ ਅਸੀਂ ਨਾਮ ਨੂੰ ਆਪਣਾ ਆਧਾਰ ਆਸਰਾ ਬਣਾਵਾਂਗੇ, ਫਿਰ ਇਹ ਸਾਡੇ ਮਨ ਦੀ ਤ੍ਰਿਪਤੀ ਹੋਣੀ, ਫਿਰ ਇਹਨੇ ਭੁੱਖੇ ਨੇ ਰੱਜਣਾ। ਮਹਾਰਾਜ ਇਸ ਲਈ ਫਰਮਾਉਂਦੇ, ਸਾਚਾ ਨਾਮ ਮੇਰਾ ਆਧਾਰ, ਸਾਜ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜਿਨ੍ਹਾਂ ਨੇ ਆਪਣਾ ਆਧਾਰ ਨਾਮ ਨੂੰ ਬਣਾ ਲਿਆ, ਉਹਨਾਂ ਦੇ ਮਨ ਦੀ ਜਿਹੜੀ ਭੁੱਖ ਉਹ ਖਤਮ ਹੋ ਜਾਂਦੀ। ਨਹੀਂ ਤਾਂ ਸੰਸਾਰ ਦੇ ਵਿੱਚ ਦੁਨਿਆਵੀ ਪਦਾਰਥਾਂ ਦੇ ਨਾਲ, ਸੰਸਾਰੀ ਅਹੁਦੇ ਦੇ ਨਾਲ, ਸੰਸਾਰੀ ਮਾਣ ਸਤਿਕਾਰ ਦੇ ਨਾਲ ਇਹ ਸਾਡੇ ਮਨ ਦੀ ਤ੍ਰਿਪਤੀ ਨਹੀਂ ਹੁੰਦੀ। ਤਾਈਆਂ ਮਹਾਰਾਜ ਕਹਿੰਦੇ ਬਈ ਇਹ ਤ੍ਰਿਸ਼ਨਾ ਜੀਵ ਦੀ ਇੱਦਾਂ ਜਾਂਦੀ ਨਹੀਂ, ਚਾਹੇ ਉਹ ਲੱਖਾਂ ਇਕੱਠੇ ਕਰ ਲਏ, ਲੱਖਾਂ ਤੋਂ ਕਰੋੜਾਂ ਕਰ ਲਏ, ਅਰਬਾਂ ਕਰਬਾਂ ਕਰ ਲਏ, ਫਿਰ ਉਹਦੀ ਗਾਂਹ ਦੀ ਗਾਂਹ ਤ੍ਰਿਸ਼ਨਾ ਹੋਰ ਵਧੀ ਜਾਣ, ਤ੍ਰਿਸ਼ਨਾ ਮੁੱਕਣੀ ਨਹੀਂ। ਇਸ ਲਈ ਗੁਰੂ ਅਰਜਨ ਪਾਤਸ਼ਾਹ ਫਰਮਾਉਂਦੇ, ਤ੍ਰਿਸ਼ਨਾ ਵਿਰਲੇ ਕੀ ਹੀ ਬੂਝੀ ਹੈ, ਕੋਟ ਜੋਰੇ ਲਾਖ ਕਰੋਰੇ, ਮਨ ਨਾ ਹੋਰੇ ਪਰੇ ਪਰੇ ਕੋਈ ਲੂਝੀ ਹੈ। ਬਈ ਜੀਵ ਕਿੰਨਾ ਇਕੱਠਾ ਕਰੀ ਜਾਂਦਾ, ਉਹ ਤ੍ਰਿਸ਼ਨਾ ਫੇਰ ਨਹੀਂ ਮਿਟਦੀ, ਉਹ ਗਾਂਹ ਦੀ ਗਾਂਹ ਹੋਰ ਵੱਧਦੀ ਜਾਂਦੀ। ਹੌਲੀ ਤ੍ਰਿਸ਼ਨਾ ਸਾਨੂੰ ਲੱਗੀ ਕਦੋਂ? ਤ੍ਰਿਸ਼ਨਾ ਸਾਡੇ ਮਨ ਨੂੰ ਉਦੋਂ ਲੱਗਦੀ ਹੈ ਜਦੋਂ ਸਾਡੀ ਅੰਦਰੋਂ ਨਾਮ ਦੇ ਨਾਲ ਲਿਵ ਟੁੱਟ ਜਾਂਦੀ। ਮਹਾਰਾਜ ਫਰਮਾਉਂਦੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਬਈ ਸਾਡੇ ਮਨ ਦੀ ਜਦੋਂ ਲਿਵ ਟੁੱਟੀ ਕਿਥੋਂ? ਅੰਦਰੋਂ ਸ਼ਬਦ ਗੁਰੂ ਦੇ ਨਾਲੋਂ, ਨਾਦ ਦੇ ਨਾਲੋਂ, ਨਾਮ ਦੇ ਨਾਲੋਂ ਜੁੜੀ ਕਦੋਂ ਸੀ? ਜਦੋਂ ਅਸੀਂ ਮਾਂ ਦੇ ਗਰਭ ਦੇ ਵਿੱਚ ਸੀ। ਜਦੋਂ ਅਸੀਂ ਮਾਤਾ ਦੇ ਗਰਭ 'ਚ ਹੁੰਦੇ, ਉਦੋਂ ਸਾਡੀ ਲਿਵ ਜੁੜੀ ਹੁੰਦੀ। ਉਦੋਂ ਅਸੀਂ 10ਵੇਂ ਦੁਆਰ ਵਿੱਚ ਹੁੰਦੇ, ਇਹ ਸਰੀਰ ਦੇ 9 ਦਰ ਬੰਦ ਹੁੰਦੇ, 10ਵਾਂ ਖੁੱਲ੍ਹਾ ਹੁੰਦਾ ਅਤੇ ਅਸੀਂ 10ਵੇਂ 'ਚ ਜੁੜੇ ਹੁੰਦੇ ਨਾਮ ਦੇ ਨਾਲ, ਸ਼ਬਦ ਗੁਰੂ ਦੇ ਨਾਲ। ਇਹ ਸਾਡੇ ਜੀਵਨ ਦਾ ਪਹਿਲਾ ਪਹਿਰ ਹੁੰਦਾ। ਪਹਿਲੇ ਪਹਿਰ ਦੇ ਵਿੱਚ ਅਸੀਂ ਹੁਕਮ ਦੇ ਵਿੱਚ ਹੁੰਦੇ ਅਤੇ ਅਸੀਂ ਉਰਦਮੁਖੀ ਹੁੰਦੇ। ਉਰਦ ਹੁੰਦਾ ਉੱਪਰ, ਅਰਧ ਹੁੰਦਾ ਥੱਲੇ। ਅਸੀਂ ਉਰਦਮੁਖੀ ਹੁੰਦੇ ਅਤੇ ਹੁਕਮ ਦੇ ਵਿੱਚ ਹੁੰਦੇ। ਇਹੋ ਭਗਤੀ ਹੈ, ਹੁਕਮ ਨੂੰ ਸੁਣਨਾ, ਨਾਮ ਨੂੰ। ਇਹੋ ਅਰਦਾਸ, ਇਹੋ ਬੇਨਤੀ ਮਾਲਕ। ਮਹਾਰਾਜ ਫਰਮਾਉਂਦੇ, ਪਹਿਲੇ ਪਹਿਰੇ ਰਹਿਣ ਕੀ ਬਣ ਜਾ ਰਿਹਾ ਮਿੱਤਰ, ਹੁਕਮ ਭਇਆ ਗਰਵਾਸ। ਔਰਦ ਤਬ ਅੰਤਰ ਕਰੇ ਬਣ ਜਾ ਰਿਹਾ ਮਿੱਤਰ, ਖਸਮ ਸੇਤੀ ਅਰਦਾਸ। ਉਸੇ ਹੁਣ ਸਾਡੀ ਅਰਦਾਸ ਕੀ ਹੈ? ਆ ਤਾਂ ਸਾਨੂੰ ਭਾਸ਼ਾ ਉੱਥੇ ਆਉਂਦੀ ਨਹੀਂ, ਸੰਸਾਰ ਦੀ ਭਾਸ਼ਾ ਸਾਨੂੰ ਨਹੀਂ ਉੱਥੇ ਆਉਂਦੀ। ਇਹ ਭਾਸ਼ਾ ਤਾਂ ਆਪਾਂ ਇੱਥੇ ਸਿੱਖਦੇ। ਬੱਚਾ ਜਦੋਂ ਇਹ ਸੰਸਾਰ 'ਚ ਆਉਂਦਾ, ਆਪਾਂ ਹੌਲੀ ਹੌਲੀ ਉਹਨੂੰ ਬੋਲਣਾ ਸਿਖਾਉਂਦੇ ਹਾਂ, ਫਿਰ ਉਹ ਬੋਲਣਾ ਸ਼ੁਰੂ ਕਰਦੇ। ਹੁਣ ਉੱਥੇ ਉਹ ਕਿਹੜੀ ਅਰਦਾਸ ਕਰਦਾ? ਆਹ ਤਾਂ ਅਰਦਾਸ ਨਹੀਂ ਹੈ ਜਿਹੜੀ ਆਪਾਂ ਕਰਦੇ ਹਾਂ ਇੱਥੇ।
ਉਥੇ ਫਿਰ ਅਰਦਾਸ ਕੀ ਹੈ, ਮਾਲਕ ਦੀ ਜੋ ਆਵਾਜ਼ ਹੈ, ਨਾਮ ਉਹਨੂੰ ਸੁਣਨਾ ਹੀ ਅਰਦਾਸ ਹੈ। ਉਹਨੂੰ ਸੁਣਨਾ ਹੀ ਇਹ ਬੇਨਤੀ ਹੈ, ਜੋ ਜੋਦੜੀ, ਜੋ ਭਗਤੀ ਹੈ। ਉਦੋਂ ਅਸੀਂ ਇਹਦੇ ਸ਼ਬਦ ਗੁਰੂ ਨਾਲ ਜੁੜੇ ਹੁੰਦੇ। ਜਦੋਂ ਇੱਧਰ ਬੱਚੇ ਦਾ ਜਨਮ ਹੁੰਦਾ ਹੈ, ਜਿਉਂ ਹੀ ਅਸੀਂ ਇੱਧਰ ਆਉਂਦੇ ਹਾਂ, ਇੱਧਰ 9 ਦਰ ਨੇ ਜਿਹੜੇ ਖੁੱਲ੍ਹ ਜਾਂਦੇ, ਅਤੇ 10ਵਾਂ ਸੀ ਜਿਹੜਾ ਉਹ ਗੁਪਤ ਹੋ ਜਾਂਦਾ ਹੈ ਅਤੇ ਬੰਦ ਹੋ ਜਾਂਦਾ। ਅਤੇ ਸਾਡੀ ਜਿਹੜੀ ਲੈਬ ਟੁੱਟ ਜਾਂਦੀ ਨਾਮ ਦੇ ਨਾਲ। ਜਦੋਂ ਲੈਬ ਟੁੱਟਦੀ ਉਦੋਂ ਹੀ ਸਾਡੇ ਮਨ ਨੂੰ ਇਹ ਤ੍ਰਿਸ਼ਨਾ ਲੱਗ ਜਾਂਦੀ, ਮਾਇਆ। ਮਾਇਆ ਇਕੱਲਾ ਇਹ ਨਹੀਂ ਵੀ ਪੈਸਿਆਂ ਨੂੰ ਮਾਇਆ ਕਹਿੰਦੇ। ਬੱਚੇ ਨੂੰ ਤਾਂ ਪੈਸਿਆਂ ਦਾ ਪਤਾ ਹੀ ਨਹੀਂ, ਜਦੋਂ ਆਉਂਦਾ ਉਹਨੂੰ ਫੜਾਵਾਂਗੇ ਉਹ ਪੜ ਕੇ ਸੁੱਟ ਦੂ। ਵੀ ਬੱਚੇ ਨੂੰ ਅਜੇ ਪੈਸਿਆਂ ਦਾ ਉਹਨੂੰ ਨਹੀਂ ਭੇਤ, ਉਹਨੂੰ ਨਹੀਂ ਪਤਾ, ਪਰ ਮਾਇਆ ਉਹਨੂੰ ਵੀ ਲੱਗ ਗਈ। ਹੁਣ ਮਾਇਆ ਕੀ ਹੈ? ਮਾਇਆ ਨੇ ਵਿਚਾਰ ਫੁਰਨੇ। ਇਸ ਲਈ ਮਹਾਰਾਜ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਵੀ ਮਾਇਆ ਨੇ ਆਪਣਾ ਖੇਲ ਸ਼ੁਰੂ ਕਰ ਦਿੱਤਾ ਅਤੇ ਮਨ ਨੂੰ ਤ੍ਰਿਸ਼ਨਾ ਲੱਗ ਗਈ। ਅਤੇ ਇੱਥੇ ਫਿਰ ਸਾਡੇ ਜੀਵਨ ਦਾ ਦੂਜਾ ਪਹਿਰ ਸ਼ੁਰੂ ਹੋ ਜਾਂਦਾ। ਦੂਜੇ ਪਹਿਰ ਦੇ ਵਿੱਚ ਸਾਡਾ ਜਿਹੜਾ ਧਿਆਨ ਉਹ ਮਾਲਕ ਦੇ ਨਾਲੋਂ ਟੁੱਟਣਾ ਸ਼ੁਰੂ ਹੋ ਜਾਂਦਾ। ਇੱਧਰ ਫਿਰ ਬੱਚੇ ਨੂੰ ਹੱਥੋਂ ਹੱਥ ਨਚਾਉਂਦੇ, ਕਿਤੇ ਮਾਂ ਚੁੱਕਦੀ, ਕਿਤੇ ਪਿਓ ਚੁੱਕਦਾ, ਕਿਤੇ ਹੋਰ ਸਾਕ ਸੰਬੰਧੀ ਉਹ ਚੁੱਕਦੀ। ਹੁਣ ਜਦੋਂ ਚੁੱਕਦੇ ਹੱਥਾਂ 'ਚ ਨਚਾਉਂਦੇ, ਉਹਨੂੰ ਖਿਡਾਉਂਦੇ ਫੜ ਕੇ, ਇਹ ਸਾਡੇ ਜੀਵਨ ਦਾ ਪਹਿਲਾ ਪਹਿਰ ਹੁੰਦਾ ਅਤੇ ਸਾਡਾ ਧਿਆਨ ਵਿਸਰ ਜਾਂਦਾ ਮਾਲਕ ਦੇ ਨਾਲ। ਮਹਾਰਾਜ ਕਹਿੰਦੇ ਦੂਜੇ ਪਹਿਰੇ ਰਹਿਣ ਕੇ ਬਣਜਾਰੇ ਆ ਮਿੱਤਰ, ਵਿਸਰ ਗਿਆ ਧਿਆਨ, ਹੱਥੋਂ ਹੱਥ ਨਚਾਈਏ ਬਣਜਾਰੇ ਆ ਮਿੱਤਰ, ਜਿਉਂ ਜਸੋਧਾ ਘਰ ਕਾਨ। ਬਈ ਦੂਜੇ ਪਹਿਰ 'ਚ ਸਾਡਾ ਧਿਆਨ ਵਿਸਰ ਜਾਂਦਾ ਅਤੇ ਇੱਧਰ ਹੱਥੋਂ ਹੱਥ ਨਚਾਉਂਦੇ, ਚੁੱਕੀ ਫਿਰਦੇ ਜਵਾਕ। ਫਿਰ ਅਸੀਂ ਵੱਡੇ ਹੋ ਜਾਂਦੇ, ਜਵਾਨ ਹੋ ਜਾਂਦੇ, ਸਾਡੇ ਜੀਵਨ ਦਾ ਤੀਜਾ ਪਹਿਰ ਆ ਜਾਂਦਾ। ਤੀਜੇ ਪਹਿਰ ਦੇ ਵਿੱਚ ਇਹਦਾ ਜਿਹੜਾ ਚਿੱਤ ਹੈ ਉਹ ਧਨ ਦੇ ਨਾਲ, ਮਾਇਆ ਦੇ ਨਾਲ ਜੁੜ ਜਾਂਦਾ। ਅਤੇ ਜਿਸ ਮਾਲਕ ਦਾ ਨਾਮ ਸਿਮਰਨ ਕੇ ਇਹਨੇ ਮਾਇਆ ਦੇ ਬੰਧਨਾਂ 'ਚ ਬੱਝੇ ਹੋਏ ਨੇ ਛੁੱਟਣਾ, ਪਰਮਾਤਮਾ ਦਾ ਸਿਮਰਨ ਕਰਦਾ ਹੀ ਨਹੀਂ, ਮਾਲਕ ਨੂੰ ਧਿਆਉਂਦਾ ਹੀ ਨਹੀਂ, ਨਾ ਸੰਗਤ ਕਰਦਾ, ਨਾ ਸਿਮਰਨ ਕਰਦਾ। ਮਹਾਰਾਜ ਕਹਿੰਦੇ ਤੀਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰ, ਧਨ ਜੋਬਨ ਸਿਉ ਚਿੱਤ, ਹਰ ਕਾ ਨਾਮ ਨਾ ਚੇਤਈ ਬਣਜਾਰਿਆ ਮਿੱਤਰ, ਬੱਧਾ ਛੁੱਟੇ ਜਿੱਤ। ਬਈ ਤੀਜੇ ਪਹਿਰ ਦੇ ਵਿੱਚ ਇਹਨੇ ਚਿੱਤ ਕਿੱਥੇ ਜੋੜ ਲਿਆ? ਧਨ ਦੇ ਵਿੱਚ, ਜੋਬਨ ਦੇ ਵਿੱਚ, ਜਵਾਨੀ ਦੇ ਵਿੱਚ। ਅਤੇ ਜਿਹਦਾ ਨਾਂ ਲੈ ਕੇ ਇੱਥੋਂ ਛੁੱਟਣਾ ਮਾਇਆ ਦੇ ਵਿੱਚੋਂ, ਬੰਧਨਾਂ 'ਚ, ਪਰਮਾਤਮਾ ਨੂੰ ਸਿਮਰਦਾ ਹੀ ਨਹੀਂ, ਉਹਦਾ ਸਿਮਰਨ ਕਰਦਾ ਹੀ ਨਹੀਂ, ਨਾ ਸੰਗਤ ਕਰਦਾ। ਇੰਨੇ ਨੂੰ ਸਮਾਂ ਬੀਤਦਾ ਸਾਡਾ ਚੌਥਾ ਪਹਿਰ ਆ ਜਾਂਦਾ। ਜਦੋਂ ਚੌਥਾ ਪਹਿਰ ਆ ਗਿਆ ਅਤੇ ਖੇਤ ਸੀ ਜਿਹੜਾ ਉਹ ਵੱਢਣ 'ਤੇ ਆ ਗਿਆ। ਹੁਣ ਜਿਹੜਾ ਸਮਾਂ ਸੀ ਉਹ ਖਤਮ ਹੋ ਗਿਆ ਅਤੇ ਆ ਕੇ ਜ਼ਮਾਨੇ ਨੂੰ ਪਕੜ ਲਿਆ। ਫਿਰ ਗੰਢ ਖੋਲ੍ਹੀ ਅਤੇ ਇੱਥੋਂ ਫੜ ਕੇ ਲੈ ਗਏ। ਜਿਨ੍ਹਾਂ ਨੂੰ ਆਪਦੇ ਸਮਝਦਾ ਸੀ ਵੀ ਮੇਰਾ ਪਰਿਵਾਰ ਹੈ, ਮੇਰੇ ਸੰਗੀ ਸਾਥੀ ਨੇ, ਦੋਸਤ ਮਿੱਤਰ ਨੇ,
ਉਹ ਕਿਸੇ ਨੂੰ ਭੇਦ ਹੀ ਨਹੀਂ ਆਉਣ ਦਿੰਦੇ ਵੀ ਗਿਆ ਕਿੱਥੇ, ਕੋਲ ਬੈਠੇ ਤੋਂ ਹੀ ਕੱਢ ਕੇ ਲੈ ਜਾਂਦੇ। ਇਹਰੇ ਕਿਸੇ ਨੂੰ ਭੇਦ ਨਹੀਂ ਆਉਂਦਾ ਵੀ ਕਿੱਥੇ ਲੈ ਗਈ ਤੇ ਅੱਗੇ ਉਹਦੇ ਨਾਲ ਕੀ ਬੀਤੀ, ਕੀ ਉਹਦਾ ਹਸ਼ਰ ਹੋਏ। ਇੱਧਰ ਮਹਾਰਾਜ ਕਹਿੰਦੇ ਜਦੋਂ ਫਿਰ ਰੋਂਦੇ ਜੀਵ, ਇਹ ਸਰੀਰ ਦੇ ਕੋਲ ਬੈਠ ਕੇ ਰੋਂਦੇ, ਤੇ ਸਤਿਗੁਰ ਕਹਿੰਦੇ ਝੂਠਾ ਰੋਂਦੇ। ਝੂਠਾ ਤਾਂ ਰੋਂਦੇ ਕਿਉਂਕਿ ਮਾਇਆ ਨੂੰ ਰੋਂਦੇ। ਜਿਹੜਾ ਅੰਦਰ ਵੱਸਦਾ ਸੀ ਉਹਦਾ ਤਾਂ ਭੇਤ ਹੀ ਨਹੀਂ ਲਿਆ ਵੀ ਉਹ ਕੌਣ ਸੀ, ਵੀ ਉਹ ਜਿਹੜਾ ਵਿੱਚ ਵੱਸਦਾ ਸੀ, ਜਿਹੜਾ ਬੋਲਦਾ ਸੀ, ਜਿਹੜਾ ਦੇਖਦਾ ਸੀ, ਜਿਹੜਾ ਸੁਣਦਾ ਸੀ, ਉਹ ਕਿੱਥੇ ਚੱਲਾ ਗਿਆ, ਉਹਦਾ ਤਾਂ ਪਤਾ ਹੀ ਨਹੀਂ। ਇਸ ਲਈ ਮਹਾਰਾਜ ਕਹਿੰਦੇ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਲਾਵੀ ਲੁੜਿਆ ਖੇਤ, ਜਾਂ ਜਾਂ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ, ਕਿਸੇ ਨਾ ਮਿਲਿਓ ਭੇਤ। ਕਿਸੇ ਨੂੰ ਭੇਦ ਹੀ ਨਾ ਆਇਆ, ਜਾਵਾਂ ਨੇ ਫੜ ਕੇ ਅੱਗੇ ਲਾ ਲਿਆ। ਸਤਿਗੁਰੂ ਕਹਿੰਦੇ ਭੇਤ ਚੇਤ ਕਿਨੇ ਨਾ ਮਿਲਿਓ, ਜਾਂ ਜਾਂ ਪਕੜ ਚਲਾਇਆ, ਝੂਠਾ ਰੋਦਨ ਹੋਆ ਦਿਵਾਲੇ, ਖਿਨਮੇ ਭਇਆ ਪਰਾਇਆ। ਮਹਾਰਾਜ ਕਹਿੰਦੇ ਜਮਾਂ ਨੇ ਕੁੱਟਣਾ ਸ਼ੁਰੂ ਕਰਤਾ ਤੇ ਅੱਗੇ ਲਾ ਲਿਆ। ਉਹ ਕਹਿੰਦੇ ਰੋਂਦੇ ਨੇ ਬੈਠੇ ਸਰੀਰ ਦੇ ਕੋਲ। ਸਤਿਗੁਰੂ ਕਹਿੰਦੇ ਝੂਠਾ ਰੋਦਨ ਹੋਆ ਦਿਵਾਲੇ, ਖਿਨਮੇ ਭਇਆ ਪਰਾਇਆ, ਵੀ ਉਹਦੇ ਦਿਵਾਲੇ ਬੈਠ ਕੇ ਝੂਠਾ ਹੀ ਰੋਂਦੇ। ਫਿਰ ਉਹਨੂੰ ਅੱਗੇ ਕੀ ਪ੍ਰਾਪਤ ਹੋਇਆ, ਕਹਿੰਦੇ ਸਾਈ ਵਸਤ ਪ੍ਰਾਪਤ ਹੋਈ, ਜਾਸੇ ਉਹ ਲਾਇਆ ਹੇਤ, ਚੌਥੇ ਪਹਿਰੇ ਬਣ ਜਾ ਰਿਹਾ ਮਿੱਤਰਾ, ਲਾਵੀ ਲੁਣਿਆ ਖੇਤ। ਵੀ ਉਹਨੂੰ ਅੱਗੇ ਉਹੀਓ ਪ੍ਰਾਪਤੀ ਹੋਈ ਜਿਹਦੇ ਨਾਲ ਉਹਨੇ ਮੋਹ ਲਾਈ ਰੱਖੀ, ਜਿਹਦੇ ਨਾਲ ਪਿਆਰ ਪਾਈ ਰੱਖਿਆ, ਉਹਦੇ ਮੁਤਾਬਕ ਅੱਗੇ ਗਾਂ ਉਹਨੂੰ ਆਕਾਰ ਦੇ ਵਿੱਚ ਭੇਜ ਦਿੰਦੀ। ਹੁਣ ਸਤਿਗੁਰੂ ਫਿਰ ਦੱਸਦੇ ਵੀ ਅਸਲ ਮੁਸੀਬਤ ਉਦੋਂ ਆਉਂਦੀ ਜੀਵ ਦੇ ਉੱਤੇ ਜਦੋਂ ਸਾਡਾ ਸਮਾਂ ਖਤਮ ਹੁੰਦਾ ਨਾ, ਉਦੋਂ ਕਹਿੰਦੇ ਹੁਣ ਮੁਸੀਬਤ ਪੈ ਗਈ, ਹੁਣ ਇਕੱਲਾ ਰਹਿ ਗਿਆ, ਹੁਣ ਦੇਖੋ ਇਹਦਾ ਸਾਥ ਕੌਣ ਦਿੰਦਾ। ਜਿਹਨੇ ਸਾਥ ਦੇਣਾ ਸੀ ਮਾਲਕ ਨੇ, ਉਹ ਤੋਂ ਸਾਰੀ ਉਮਰ ਬੇਮੁਖ ਹੋਇਆ ਰਿਹਾ, ਉਹਦਾ ਤਾਂ ਭੇਦ ਹੀ ਨਹੀਂ ਲਿਆ। ਜਿਹੜੇ ਨਾਮ ਨੇ ਸੱਜਣ ਬਣਨਾ ਸੀ, ਸਾਥੀ ਅੱਗੇ ਨਾਲ ਚੱਲਣਾ ਸੀ, ਉਹ ਨਾਮ ਤੋਂ ਵੀ ਟੁੱਟਿਆ ਰਿਹਾ। ਫਿਰ ਅੱਗੇ ਉਹਦੇ ਕੁੱਟ ਪੈਂਦੀ ਤੇ ਇੱਧਰ ਪਿੱਛੇ ਜਿਹੜੇ ਝੂਠਾ ਰੁਦਨ ਕਰਦੇ। ਸਤਿਗੁਰੂ ਕਹਿੰਦੇ ਜਿਹੜਾ ਰੋ ਰਿਹਾ ਉਹਨੂੰ ਇਹ ਨਹੀਂ ਪਤਾ ਵੀ ਮੈਂ ਵੀ ਮਰ ਜਾਣਾ, ਮੈਂ ਵੀ ਚਲੇ ਜਾਣਾ, ਵੀ ਮੈਂ ਕਿਹੜਾ ਇੱਥੇ ਸਦਾ ਬੈਠਾ ਰਹਿਣਾ। ਸਤਿਗੁਰੂ ਕਹਿੰਦੇ ਵੀ ਇਹ ਜਿਹੜੇ ਬਾਅਦ ਚੋਂ ਰੋਂਦੇ, ਵੀ ਇਹ ਵੀ ਅਗਿਆਨਤਾ ਦੇ ਵਿੱਚ ਹੀ ਰੋਂਦੇ। ਇਸ ਲਈ ਕਹਿੰਦੇ ਵੀ ਅਗਲੀ ਤਾਂ ਕੋਈ ਖਬਰ ਨਹੀਂ ਪਾਈ ਇਹਨਾਂ ਨੇ, ਰੋ ਤਾਂ ਰਹੇ ਨੇ, ਇਹਨਾਂ ਨੂੰ ਇਹ ਨਹੀਂ ਪਤਾ ਵੀ ਅੱਗੇ ਗਿਆ ਤੇ ਗਿਆ ਕਿੱਥੇ। ਸਤਿਗੁਰੂ ਕਹਿੰਦੇ ਅਗਲੀ ਕਿਛ ਖਬਰ ਨਾ ਪਾਈ, ਰੋਵਣ ਹਾਰ ਭੀ ਉੱਠ ਸਦਾਈ। ਵੀ ਜਿਹੜੇ ਰੋ ਰਹੇ ਉਹਨਾਂ ਨੇ ਵੀ ਉੱਠ ਕੇ ਚਲੇ ਜਾਣਾ, ਇਹ ਨਹੀਂ ਪਤਾ ਵੀ ਅਸੀਂ ਵੀ ਜਾਣਾ। ਤੇ ਅਗਲੀ ਇਹ ਖਬਰ ਨਹੀਂ ਲੈਂਦੀ ਵੀ ਇਹ ਗਿਆ ਏ ਤੇ ਹੁਣ ਕਿੱਥੇ ਗਿਆ ਏ, ਤਾਂ ਕਿ ਅਸੀਂ ਵੀ ਭੇਤ ਲੈ ਲਈਏ ਵੀ ਅਸੀਂ ਵੀ ਜਾਣਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਕੋਈ ਜੀਵ ਸੰਸਾਰ 'ਚੋਂ ਜਾਂਦਾ ਹੈ, ਅਸੀਂ ਇਕੱਠੇ ਹੁੰਦੇ ਹਾਂ ਤੇ ਅਸੀਂ ਸੋਝੀ ਲੈਣੀ ਹੁੰਦੀ, ਅਸੀਂ ਇਹ ਭੇਦ ਲੈਣਾ ਹੁੰਦਾ ਵੀ ਇਹ ਗਿਆ ਏ ਤੇ ਸਾਡੀ ਵੀ ਵਾਰੀ ਆਉਣੀ, ਅਸੀਂ ਵੀ ਜਾਣਾ ਹੈ। ਬਈ ਅਸੀਂ ਹੁਣ ਉਹ ਘਰ ਪਹਿਲਾਂ ਹੀ ਦੇਖ ਲਈਏ ਵੀ ਕਿੱਥੇ ਜਾਣਾ, ਮਰ ਕੇ ਕਿੱਥੇ ਜਾਣਾ। ਉਹ ਘਰ ਜੇ ਅਸੀਂ ਪਹਿਲਾਂ ਦੇਖਿਆ ਹੋਏਗਾ ਤੇ ਜਦੋਂ ਸਾਡਾ ਸਮਾਂ ਖਤਮ ਹੋਏਗਾ ਅਸੀਂ ਸਿੱਧਾ ਹੀ ਆਪਦੇ ਘਰ ਚਲੇ ਜਾਵਾਂਗੇ। ਜਿਨ੍ਹਾਂ ਦੇ ਨਾਲ ਅਸੀਂ ਜੁੜੇ ਹੋਏ ਹਾਂ, ਜਿਨ੍ਹਾਂ ਨੂੰ ਅਸੀਂ ਆਪਦੇ ਸਮਝਦੇ ਹਾਂ, ਇਹਨਾਂ 'ਚੋਂ ਤਾਂ ਕਿਸੇ ਨੇ ਸਾਡੇ ਨਾਲ ਨਹੀਂ ਜਾਣਾ ਅੱਗੇ, ਨਾ ਸਾਡਾ ਅੱਗੇ ਕਿਸੇ ਨੇ ਸਾਥ ਦੇਣਾ, ਨਾ ਅੱਗੇ ਕਿਸੇ ਨੇ ਬਾਤ ਪੁੱਛਣੀ ਸਾਡੀ। ਇਹ ਤਾਂ ਸਿਰਫ ਅਸੀਂ ਪਿਛਲੇ ਜਨਮਾਂ ਦੇ ਸੰਜੋਗੀ, ਚਾਹੇ ਸਾਡੇ ਮਾਂ ਪਿਓ ਨੇ, ਭੈਣ ਭਰਾ ਨੇ, ਧੀਆਂ ਪੁੱਤਰ ਨੇ, ਦੋਸਤ ਮਿੱਤਰ ਨੇ,
ਸਿਰਫ ਸਾਡਾ ਸੰਜੋਗ ਹੈ। ਜੇ ਅਸੀਂ ਆਖੀਏ ਵੀ ਅੰਤ ਸਮੇਂ ਕੋਈ ਨਾਲ ਸਹਾਈ ਹੋਏਗਾ, ਸਹਾਈ ਕਿਸੇ ਨੇ ਨਹੀਂ ਹੋਣਾ, ਜਾਣਾ ਕਿਸੇ ਨੇ ਨਹੀਂ ਨਾਲ। ਮਹਾਰਾਜ ਇਸ ਲਈ ਫਰਮਾਉਂਦੇ, ਮਾਤ ਪਿਤਾ ਸੁਤ ਬੰਧਪ ਇਸ਼ਟ ਮੀਤ ਔਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਵੀ ਇਹਨਾਂ ਦੇ ਵਿੱਚੋਂ ਅੰਤ ਸਮੇਂ ਕੋਈ ਨਾਲ ਸਹਾਈ ਨਹੀਂ ਹੁੰਦਾ। ਨਾ ਤਾਂ ਇਹਨਾਂ 'ਚੋਂ ਕਿਸੇ ਨੇ ਹੋਣਾ ਅਤੇ ਨਾ ਆਪਾਂ ਕਿਸੇ ਦੇ ਹੋਈ। ਜਦੋਂ ਹੁਣ ਸੰਸਾਰ 'ਚੋਂ ਕੋਈ ਜਾਂਦਾ ਹੈ, ਆਪਾਂ ਕਿਹੜਾ ਉਹਨਾਂ ਦੇ ਨਾਲ ਸਹਾਈ ਹੁੰਦੇ ਹਾਂ? ਆਪਾਂ ਕਿਹੜਾ ਉਹਨਾਂ ਦੀ ਬਾਤ ਪੁੱਛਦੇ ਹਾਂ ਵੀ ਕਿੱਥੇ ਗਏ? ਜਾਂ ਅਸੀਂ ਕਿੰਨਾ ਕੁ ਮਿਲਣ ਦੀ ਕੋਸ਼ਿਸ਼ ਕਰਦੇ ਹਾਂ? ਇਹ ਤਾਂ ਜੀਵ ਝੂਠਾ ਰੋਂਦੇ। ਜੇ ਕਿਤੇ ਭੁੱਲ ਭੁਲੇਖੇ ਸੁਪਨੇ ਦੇ ਵਿੱਚ ਉਹ ਮਿਲ ਵੀ ਪਵੇ ਅਤੇ ਉਦੋਂ ਹੀ ਡਰੀ ਜਾਂਦੇ, ਫਿਰ ਸਿਆਣਿਆਂ ਕੋਲ ਤੁਰ ਪੈਂਦੇ ਵੀ ਸਾਡਾ ਫਲਾਣਾ ਮਰਿਆ ਜੀ, ਉਹ ਸੁਪਨੇ 'ਚ ਦੀਂਦਾ, ਸਾਨੂੰ ਕਿਉਂ ਦੀਂਦਾ? ਦਿਸਣਾ ਨਹੀਂ ਚਾਹੀਦਾ। ਉਹ ਗਾਂ ਨਾ ਉਹਨਾਂ ਨੂੰ ਭੇਜਦੇ, ਉਹ ਹੋਰ ਵਹਿਮ ਪਾ ਦਿੰਦੇ ਵੀ ਉਹਦੀ ਗਤੀ ਨਹੀਂ ਹੋਈ ਜੀ, ਉਹ ਤਾਂ ਫਿਰਦਾ, ਤਾਂ ਦਿਸਦਾ ਤੁਹਾਨੂੰ, ਉਹਦੀ ਗਤੀ ਕਰਾਓ। ਕੀ ਕਰਾਈਏ ਜੀ ਉਹਦੇ ਵਾਸਤੇ? ਫਿਰ ਉਹ ਆਪਦੀ ਸਮੱਗਰੀ ਬਣਾ ਦੇਣਗੇ, ਇੰਨੇ ਪੈਸੇ ਲੱਗਣਗੇ ਜੀ। ਹਾਲਾਂਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਗਤੀ ਤਾਂ ਉਹਦੀ ਖੁਦ ਨਹੀਂ ਹੋਈ, ਜਿਹੜਾ ਸਿਆਣਾ ਬਣੇ। ਬਈ ਇੱਦਾਂ ਕਿਸੇ ਦੀ ਗਤੀ ਨਹੀਂ ਹੁੰਦੀ ਨਾਮ ਤੋਂ ਬਿਨਾਂ। ਜੇ ਅਸੀਂ ਨਾਮ ਦੇ ਨਾਲ ਨਹੀਂ ਜੁੜਾਂਗੇ ਤਾਂ ਕਿਸੇ ਦੀ ਵੀ ਨਹੀਂ ਗਤੀ ਹੁੰਦੀ। ਉਹਦਾ ਅੱਗੇ ਨਾਲ ਹੀ ਆਕਾਰ ਤਿਆਰ ਹੈ। ਜੂਨ ਗਾਂ ਸਜ਼ਾ ਦੇ ਕੇ ਦੂਸਰੀ ਜੂਨ 'ਚ ਪਾ ਦਿੰਦੀ। ਵਿਹਲਾ ਨਹੀਂ ਕਿਸੇ ਨੂੰ ਛੱਡਦੇ ਵੀ ਉਹ ਆਖੇ ਵੀ ਮੇਰੀ ਗਤੀ ਕਰਾਓ ਜੀ, ਮੇਰੀ ਮੁਕਤੀ ਕਰਾਓ ਜੀ, ਮੈਂ ਮੁਕਤ ਨਹੀਂ ਹੋਈ। ਨਾ ਹੀ ਜਦੋਂ 1 ਜੂਨ 'ਚੋਂ ਦੂਸਰੀ ਜੂਨ 'ਚ ਭੇਜ ਦਿੰਦੇ, ਉਹਨੂੰ ਪਿਛੋਕੜ ਚੇਤੇ ਰਹਿੰਦਾ ਵੀ ਮੇਰਾ ਕਿਹੜਾ ਪਰਿਵਾਰ ਸੀ। ਜਿਵੇਂ ਹੁਣ ਆਪਾਂ ਆਪਦਾ ਦੇਖ ਲਈਏ ਵੀ ਆਪਾਂ ਨੂੰ ਕਿਹੜਾ ਆਪਣਾ ਪਿਛੋਕੜ ਚੇਤੇ ਆ ਵੀ ਅਸੀਂ ਕਿੱਥੋਂ ਆਏ। ਇਸ ਤੋਂ ਪਹਿਲਾਂ ਸਾਡਾ ਜਨਮ ਕਿੱਥੇ ਸੀ? ਇਹ ਤਾਂ ਨਹੀਂ ਵੀ ਅਸੀਂ ਹੁਣ ਨਵੇਂ ਹੀ ਆਏ ਹਾਂ, ਇਹ ਤੋਂ ਪਹਿਲਾਂ ਵੀ ਸੀ ਆਪਾਂ ਕੋਈ ਨਵੇਂ ਨਹੀਂ, ਆਪਾਂ ਸਤਿਯੁਗ ਤੋਂ ਚੱਲੇ ਹੋਏ, 4 ਯੁੱਗ ਪੁਰਾਣੇ। ਹੁਣ ਇੰਨੇ ਯੁੱਗਾਂ ਦੇ ਵਿੱਚ ਆਪਣੇ ਕਿੰਨੇ ਪਰਿਵਾਰ ਬਣੇ ਹੋਣਗੇ, ਕਿੰਨਿਆਂ ਨਾਲ ਆਪਣਾ ਸੰਯੋਗ ਜੁੜਿਆ ਹੋਇਆ। ਹੁਣ ਕਿਹੜੇ ਸਾਡੇ ਸੰਜੋਗੀ ਰਹੇ, ਅਤੇ ਜਿਹੜੇ ਸੰਜੋਗੀ ਰਹੇ ਜਦੋਂ ਅਸੀਂ ਦੇਹ ਛੱਡੀ ਹੋਏਗੀ, ਕਿਹਨੇ ਕਿੰਨਾ ਵਿਰਾਗ ਕੀਤਾ, ਕਿੰਨਾ ਸਾਨੂੰ ਕਿਸੇ ਨੇ ਚੇਤੇ ਕੀਤਾ, ਜਾਂ ਸਾਡੀ ਯਾਦ ਦੇ ਵਿੱਚ ਕਿੰਨਾ ਕੋਈ ਦੁਖੀ ਹੋਇਆ, ਕਿੰਨਾ ਤੜਫਿਆ, ਉਹ ਸਾਡੇ ਲਈ ਕੋਈ ਅਹਿਮੀਅਤ ਨਹੀਂ ਰੱਖਦਾ। ਕਿਉਂਕਿ ਸਾਨੂੰ ਤਾਂ ਚੇਤਾ ਹੀ ਨਹੀਂ ਵੀ ਕੌਣ ਸਾਨੂੰ ਚੇਤੇ ਕਰ ਰਿਹਾ, ਜਾਂ ਕੌਣ ਦੁਖੀ ਹੋ ਰਿਹਾ, ਜਾਂ ਕੌਣ ਖੁਸ਼ ਹੋ ਰਿਹਾ। ਉਹ ਤਾਂ ਜਦੋਂ 1 ਜੂਨ 'ਚੋਂ ਦੂਸਰੀ ਜੂਨ 'ਚ ਪਾ ਦਿੰਦੇ, ਉਹ ਪਿਛੋਕੜ ਭੁੱਲ ਜਾਂਦਾ ਵੀ ਪਹਿਲਾਂ ਅਸੀਂ ਕਿੱਥੋਂ ਆਏ। ਜੇ ਮਾਨਸ ਜਾਮੇ ਵਿੱਚ ਆਪਾਂ ਨੂੰ ਨਹੀਂ ਯਾਦ ਹੋਣ, ਹਾਲਾਂਕਿ ਆਪਾਂ ਨੂੰ ਸਭ ਤੋਂ ਵੱਧ ਗਿਆਨ, ਜਿੰਨਾ ਮਾਨਸ ਜਾਮੇ ਵਿੱਚ ਆਪਾਂ ਨੂੰ ਗਿਆਨ, ਆਪਾਂ ਨੂੰ ਸੋਝੀਏ, ਇੰਨਾ ਹੋਰ ਕਿਸੇ ਜੂਨ ਦੇ ਵਿੱਚ ਕਿਸੇ ਨੂੰ ਗਿਆਨ ਨਹੀਂ ਹੈ ਇੰਨਾ ਬਈ ਉਹਨੂੰ ਆਪਦਾ ਪਿਛੋਕੜ ਯਾਦ ਰਵੇ, ਜਾਂ ਉਹਨੂੰ ਚੇਤਾ ਹੋਵੇ ਵੀ ਮੈਂ ਪਹਿਲਾਂ ਇੱਥੋਂ ਆਇਆ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਤਾਂ ਅਗਿਆਨਤਾ ਬਸ ਹੋ ਕੇ ਜੀਵ ਵੀ ਉਹ ਕਹਿੰਦੇ ਅਸੀਂ ਪਿਆਰ ਬਹੁਤ ਕਰਦੇ ਹਾਂ। ਜਦੋਂ ਜੀਵ ਚਲਾ ਜਾਂਦਾ, ਜੇ ਕਿਤੇ ਸੁਪਨੇ 'ਚ ਟੱਕਰ ਜੇ ਮਿਲ ਪਵੇ ਤਾਂ ਉਦੋਂ ਡਰੀ ਜਾਂਦੇ। ਸੋ ਫਿਰ ਅਸੀਂ ਆਖੀਏ ਵੀ ਪਿਆਰ ਬੜਾ ਜੀ, ਅਤੇ ਪਿਆਰ ਕਾਹਦਾ? ਜੇ ਪਿਆਰ ਹੈ ਤਾਂ ਫਿਰ ਡਰਨ ਦੀ ਕੀ ਲੋੜ ਹੈ? ਜੇ ਪਿਆਰ ਹੈ ਤਾਂ ਫਿਰ ਤਾਂ ਸਗੋਂ ਤੇ ਅਸੀਂ ਉਹ ਤੋਂ ਪੁੱਛ ਲਈਏ ਉੱਥੇ, ਜੇ ਰਾਤ ਨੂੰ ਸਾਨੂੰ ਮਿਲ ਵੀ ਪਿਆ ਹੈ, ਉਹ ਸਾਡਾ ਘਰ ਹੈ। ਜਦੋਂ ਅਸੀਂ ਰਾਤ ਨੂੰ ਸੌਣ ਤੋਂ ਮਗਰੋਂ ਜਾਂਦੇ, ਇਹ ਸਰੀਰ ਜਿਹੜਾ ਕੱਪੜਾ ਆਪਾਂ ਇੱਥੇ ਲਾ ਜਾਂਦੇ, ਉੱਥੇ ਅਸੀਂ ਸੂਖਮ ਰੂਪ ਹੁੰਦੇ। ਜੇ ਆਪਾਂ ਨੂੰ ਕੋਈ ਮਿਲ ਵੀ ਗਿਆ ਹੈ ਤਾਂ ਆਪਾਂ ਉਹਨੂੰ ਪੁੱਛ ਸਕਦੇ ਵੀ ਪਹਿਲਾਂ ਸਾਡੇ ਨਾਲ ਰਹੇ ਇੰਨਾ ਸਮਾਂ, ਅਤੇ ਹੁਣ ਕਿੱਥੇ, ਕਿਹੜਾ ਘਰ ਮਿਲ ਗਿਆ, ਕਿਹੜੇ ਘਰ 'ਚ ਵੱਸਦੇ। ਹੋ ਸਕਦਾ ਉਹ ਆਪਾਂ ਨੂੰ ਦੱਸ ਹੀ ਦੇਵੇ ਵੀ ਮੈਂ ਫਲਾਣੇ ਥਾਂ ਰਹਿੰਦਾ ਹੁਣ, ਪਰ ਜੀਵ ਨੂੰ ਨਾ ਭੇਦ ਹੋਣ ਕਰਕੇ, ਨਾ ਸੋਝੀ ਹੋਣ ਕਰਕੇ ਉਹ ਤੋਂ ਡਰੀ ਜਾਂਦੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਜਗਤ ਦਾ ਜਿਹੜਾ ਪਿਆਰ ਹੈ,
ਇਹ ਝੂਠਾ ਹੈ। ਇਥੇ ਜੀਵ ਆਪੋ ਆਪਣੇ ਸਵਾਰਥ ਕਰਕੇ ਇੱਕ ਦੂਸਰੇ ਨਾਲ ਬੱਝੇ ਹੋਏ ਨੇ। ਹੋਰ ਆਤਮਕ ਤੌਰ 'ਤੇ ਅੰਦਰਲੇ ਨੂੰ ਪਿਆਰ ਨਹੀਂ ਕਰਦੇ, ਸਿਰਫ ਇੱਧਰ ਮਾਇਆ ਦੇ ਨਾਲ ਜੁੜੇ ਨੇ। ਤਾਈਆਂ ਮਾਰੇ ਹੀ ਫਰਮਾਉਂਦੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉ ਹੀ ਸਭ ਲਾਗਿਓ, ਕਿਆ ਦਾਰਾ ਕਿਆ ਮੀਤ। ਬਈ ਇਸੇ ਜੀਵ ਆਪੋ ਆਪਣੇ ਸੁੱਖਾਂ ਕਰਕੇ, ਸਵਾਰਥ ਕਰਕੇ ਇੱਕ ਦੂਜੇ ਨਾਲ ਬੱਝੇ ਹੋਏ। ਇਹਨਾਂ ਨੂੰ ਸਵਾਰਥ ਹੁੰਦਾ ਵੀ ਜਦੋਂ ਵੀ ਚਲਾ ਜਾਂਦਾ ਵੀ ਸਾਡਾ ਸਵਾਰਥ ਸੀ, ਉਹ ਤੋਂ ਆਸਾਂ ਲਾਈਆਂ ਹੁੰਦੀਆਂ। ਉਹ ਜਦੋਂ ਆਸਾਂ ਨਹੀਂ ਪੂਰੀਆਂ ਹੁੰਦੀਆਂ, ਸਵਾਰਥ ਨਹੀਂ ਪੂਰਾ ਹੁੰਦਾ, ਅਤੇ ਇਸੇ ਕਰਕੇ ਫਿਰ ਹੁੰਦੇ। ਜਦੋਂ ਹੌਲੀ ਹੌਲੀ ਮਾਇਆ ਇੰਨੀ ਪ੍ਰਬਲ ਹੈ ਬਈ ਸਾਡੇ ਕੰਮ ਚੱਲਣੇ ਸ਼ੁਰੂ ਹੋ ਜਾਂਦੇ, ਭੁੱਲਦਾ ਭੁੱਲਦਾ ਜੀਵ ਹੌਲੀ ਹੌਲੀ ਭੁੱਲ ਜਾਂਦਾ। ਸੋ ਇਸ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇੱਥੇ ਕੋਈ ਵੀ ਜੀਵ ਸਦਾ ਤੋੜ ਨਿਭਣ ਵਾਲਾ ਨਹੀਂ ਹੈ। ਤਾਈਓ ਗੁਰੂ ਤੇਗ ਬਹਾਦਰ ਜੀ ਮਹਾਰਾਜ ਫਰਮਾਉਂਦੇ ਵੀ ਇਹ ਜਗਤ ਦੇ ਵਿੱਚ ਐਸਾ ਕੋਈ ਅਸੀਂ ਮਿੱਤਰ ਨਹੀਂ ਦੇਖੇ ਜਿਹੜਾ ਅੱਗੇ ਚੱਲਦਿਆਂ ਦੇ ਨਾਲ ਚੱਲੇ। ਮਹਾਰਾਜ ਕਹਿੰਦੇ ਵੀ ਇੱਥੇ ਸਭ ਉਹਨਾਂ ਸਮਾਂ ਹੀ ਇੱਕ ਦੂਸਰੇ ਨਾਲ ਜੁੜੇ ਨੇ ਜਿੰਨਾ ਸਮਾਂ ਸਾਡੇ ਸਵਾਸ ਚੱਲ ਰਹੇ ਨੇ। ਜਦ ਤੱਕ ਸਵਾਸ ਚੱਲਦੇ ਨੇ ਉਹਨਾਂ ਸਮਾਂ ਕੋਲੇ ਬੈਠਣਗੇ। ਜਦੋਂ ਸਵਾਸ ਖਤਮ ਹੋ ਗਏ ਫਿਰ ਸਾਹ ਛੱਡ ਕੇ ਪਾਸੇ ਹਟ ਜਾਣਗੇ ਸਾਰੇ। ਮਹਾਰਾਜ ਇਸ ਲਈ ਫਰਮਾਉਂਦੇ, ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੇ ਸੰਗ ਨਾ ਹੋਈ। ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ, ਜਬ ਹੀ ਨਿਰਧਨ ਦੇਖਿਓ ਨਰਕੋ, ਸੰਗ ਛਾੜ ਸੁਭਾਗੀ। ਮਹਾਰਾਜ ਕਹਿੰਦੇ ਜਦੋਂ ਦੇਖਦੇ ਵੀ ਨਿਰਧਨ ਹੋ ਗਿਆ, ਨਿਰਧਨ ਹੁੰਦਾ ਵੀ ਜਦੋਂ ਸਵਾਸ ਖਤਮ ਹੋ ਗਈ। ਜਦ ਤੱਕ ਦਾ ਸਵਾਸ ਹੈ ਕਿ ਸਾਡੇ ਕੋਲ ਧਨ ਹੈਗਾ, ਸਾਹ ਚੱਲ ਰਹੇ ਨੇ, ਜਦੋਂ ਦੇਖਿਆ ਸਵਾਸ ਖਤਮ ਹੋ ਕੇ ਨਿਰਧਨ ਹੋ ਗਈ, ਫਿਰ ਸਾਰੀ ਸਾਹ ਛੱਡ ਕੇ ਪਾਸੇ ਹਟ ਜਾਂਦੀ। ਉਦੋਂ ਪਤਾ ਲੱਗਦਾ ਵੀ ਇਹ ਤਾਂ ਮੈਂ ਸੁਪਨਾ ਦੇਖ ਰਿਹਾ ਸੀ। ਸਾਰਾ ਜੀਵਨ ਸੁਪਨੇ ਵਾਂਗੂ ਬੀਤ ਜਾਂਦਾ। ਜਿਵੇਂ ਆਪਾਂ ਰਾਤ ਨੂੰ ਸੁਪਨਾ ਦੇਖਦੇ, ਜਦੋਂ ਅੱਖ ਖੁੱਲ੍ਹਦੀ ਅਤੇ ਉਹ ਸੁਪਨਾ ਟੁੱਟ ਜਾਂਦਾ। ਇਸੇ ਤਰ੍ਹਾਂ ਹੀ ਇਹ ਜੱਗ ਸੁਪਨਾ, ਜੈਸਾ ਸੁਪਨਾ ਰਹਿਣ ਕਾ ਤੈਸੋ ਇਹ ਸੰਸਾਰ। ਸੁਪਨੇ ਦੇ ਵਿੱਚ ਹੀ ਕੋਈ ਮਾਂ ਬਣੀ ਸੀ, ਕੋਈ ਪਿਓ ਸੀ, ਕੋਈ ਪੁੱਤਰ ਸੀ, ਕੋਈ ਧੀ ਬਣੀ ਹੋਈ ਸੀ। ਜਦੋਂ ਮਨ ਜਾਗਿਆ ਅਤੇ ਉਹ ਸੁਪਨਾ ਟੁੱਟ ਗਿਆ, ਖਤਮ ਹੋ ਗਿਆ। ਫਿਰ ਇਹਨੂੰ ਪਤਾ ਲੱਗਦਾ ਵੀ ਇਹ ਤਾਂ ਮੈਂ ਸਾਰਾ ਸਮਾਂ ਸੁਪਨਾ ਹੀ ਦੇਖੀ ਜਾਂਦਾ ਸੀ, ਸੁੱਤਾ ਹੀ ਪਿਆ ਰਿਹਾ। ਸੁਤੇ ਦਾ ਹੀ ਜੀਵਨ ਜਿਹੜਾ ਮਨਮੁਖ ਦਾ ਸਾਰਾ ਲੰਘ ਜਾਂਦਾ, ਜਾਗਦਾ ਹੀ ਨਹੀਂ, ਸੁਪਨਾ ਹੀ ਦੇਖਦਾ ਰਹਿੰਦਾ। ਸੋ ਫਿਰ ਜਦੋਂ ਜਾਗਦਾ ਹੈ ਉਦੋਂ ਪਛਤਾਉਂਦਾ ਵੀ ਸੁੱਤੇ ਦੀ ਵੀ ਰਹਿਣ ਲੰਘ ਗਈ ਸਾਰੀ ਆਰਜ਼ੂ ਸੁੱਤੇ ਨਹੀਂ ਲੰਘਾਤੀ। ਅਤੇ ਇਹੋ ਮਹਾਰਾਜ ਸਾਨੂੰ ਕਹਿ ਰਹੇ ਪਹਿਲਾਂ ਹੀ ਵੀ ਸੁੱਤੇ ਨਾ ਰਹੋ, ਜਾਗੋ। ਇਹ ਨਾ ਹੋਵੇ ਕਿਤੇ ਸੁੱਤਿਆਂ ਦਾ ਹੀ ਸਮਾਂ ਲੰਘ ਜੇ। ਮਹਾਰਾਜ ਤਾਈਓ ਫਰਮਾਉਂਦੇ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਿਆ ਕਿਤੇ ਕੋ ਫਕੜੇ ਸਭ ਮੁੱਕਦੀ ਚੱਲੀ ਰਹਿਣ। ਵੀ ਤੇਰੀ ਰਾਤ ਮੁੱਕਦੀ ਜਾ ਰਹੀ, ਇਹ ਨਾ ਹੋਵੇ ਮੁੱਕੀ ਜਾਵੇ। ਬਈ ਮੁੱਕਣ ਤੋਂ ਪਹਿਲਾਂ ਪਹਿਲਾਂ ਰਾਤ ਤੂੰ ਜਾਗ ਪਾ। ਜੇ ਅਸੀਂ ਹੁਣ ਜਾਗ ਪਈਏ ਅਤੇ ਸਾਨੂੰ ਆਪਦੇ ਘਰ ਦੀ ਪਹਿਚਾਣ ਅੱਜ, ਜੇ ਸਾਡਾ ਮਨ ਜਾਗ ਪਵੇ ਅਤੇ ਅਸੀਂ ਪਰਮਾਤਮਾ ਵਾਹਿਗੁਰੂ ਦੇ ਸਨਮੁਖ ਹੋ ਜਾਈਏ। ਜੇ ਅਸੀਂ ਜਾਗੀਏ ਅਤੇ ਸਾਨੂੰ ਮਾਲਕ ਦੀ ਆਵਾਜ਼ ਨਾਦ ਸੁਣਾਈ ਦੇਵੇ। ਜੇ ਅਸੀਂ ਜਾਗੀਏ ਅਤੇ ਸਾਨੂੰ ਆਪਣਾ ਘਰ ਨਿੱਜ ਮਹਿਲ ਦਸਵਾਂ ਦਵਾਰ ਥਿਰ ਘਰ ਨਜ਼ਰ ਆਵੇ। ਜਦੋਂ ਮਨ ਸੌਂ ਜਾਂਦਾ
ਸੁਤੇ ਨੂੰ ਫਿਰ ਇਹਨੂੰ ਕੁਛ ਨਜ਼ਰ ਨਹੀਂ ਆਉਂਦਾ, ਨਾ ਕੁਛ ਸੁਣਦਾ। ਉਦੋਂ ਫਿਰ ਇਹਨੂੰ ਕਹਿੰਦੇ ਵੀ ਇਹ ਸੁੱਤਾ ਪਿਆ ਸੁਪਨਾ ਦੇਖ ਰਿਹਾ। ਅਤੇ ਮਨ ਨੂੰ ਫਿਰ ਇਸ ਲਈ ਕਹਿੰਦੇ ਵੀ ਜਾਗ ਸੁੱਤਾ ਨਾ ਰਹੇ, ਵੀ ਇਹ ਸੁਪਨੇ ਨੂੰ ਸੱਚ ਕਰਕੇ ਨਾ ਮਨ, ਇਹ ਜਿਹੜਾ ਸਰੀਰ ਹੈ, ਸਰੀਰ ਨੇ ਵੀ ਤੇਰਾ ਸਾਥ ਨਹੀਂ ਦੇਣਾ। ਇਹ ਸਰੀਰ ਵੀ ਇੱਥੇ ਹੀ ਰਹਿ ਜਾਣਾ ਅਤੇ ਹੋਰ ਤਾਂ ਤੇਰਾ ਸਾਥ ਇੱਥੋਂ ਦੇਣਾ ਕਿਹਨੇ। ਆਪਾਂ ਕਹਿੰਦੇ ਹਾਂ ਨਾ ਵੀ ਮੇਰੇ ਧੀਆਂ ਪੁੱਤਰ, ਮੇਰਾ ਘਰ-ਬਾਰ, ਸੰਸਾਰ। ਮਹਾਰਾਜ ਕਹਿੰਦੇ ਹੋਰ ਧੀਆਂ ਪੁੱਤਰ ਤਾਂ ਉਹ ਤਾਂ ਦੂਰ ਨੇ, ਸਭ ਤੋਂ ਨੇੜੇ ਤਾਂ ਸਾਡੇ ਇਹ ਸਰੀਰ ਹੀ ਆ ਨਾ। ਉਹ ਕਹਿੰਦੇ ਤੇਰਾ ਸਰੀਰ ਵੀ ਇੱਥੇ ਹੀ ਰਹਿ ਜਾਣਾ, ਇਹਨੇ ਵੀ ਨਹੀਂ ਤੇਰੇ ਨਾਲ ਜਾਣਾ, ਇਹਨੇ ਵੀ ਤੇਰਾ ਸਾਥ ਛੱਡ ਜਾਣਾ। ਬਈ ਤੂੰ ਆਪਦੇ ਅਸਲ ਘਰ ਦੀ ਪਹਿਚਾਣ ਕਰ, ਇਹ ਤੇਰਾ ਅਸਲੀ ਘਰ ਨਹੀਂ ਹੈ। ਇਹ ਘਰ ਇੱਕ ਦਿਨ ਢਹਿ ਢੇਰੀ ਹੋ ਜਾਣਾ, ਇਹ ਤੈਨੂੰ ਛੱਡਣਾ ਪੈਣਾ, ਤੈਨੂੰ ਖਾਲੀ ਕਰਨਾ ਪੈਣਾ। ਇਸ ਲਈ ਮਨ ਨੂੰ ਸਮਝਾਉਂਦੇ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਜੋ ਤਨ ਉਪਜੇ ਸੰਗ ਹੀ ਸੋ ਵੀ ਸੰਗ ਨਾ ਹੋਇਆ। ਵੀ ਜਿਹੜਾ ਤਨ ਇਹ ਵੀ ਸਾਡਾ ਸੰਗੀ ਨਹੀਂ ਬਣਦਾ, ਇਹ ਵੀ ਸਾਥ ਛੱਡ ਜਾਂਦਾ, ਦਿਨੋਂ ਦਿਨ ਛੱਡੀ ਜਾਂਦਾ ਸਾਥ। ਪਹਿਲਾਂ ਹੀ ਸੰਕੇਤ ਤਾਂ ਸਾਨੂੰ ਪਹਿਲਾਂ ਹੀ ਮਾਲਕ ਦਿੰਦਾ ਰਹਿੰਦਾ। ਜਿਹੜਾ ਇਹ ਸਰੀਰ ਸਾਡਾ ਸਾਥ ਛੱਡ ਰਿਹਾ, ਇਹ ਹੁਣ ਸਾਨੂੰ ਇਸ ਕਰਕੇ ਥੋੜ੍ਹਾ ਥੋੜ੍ਹਾ ਛਡਾਉਂਦੇ ਵੀ ਤਾਂ ਕਿ ਸਾਡਾ ਮਨ ਸਮਝ ਜਾਵੇ ਵੀ ਇਹ ਇੱਕ ਦਿਨ ਮੈਨੂੰ ਬਿਲਕੁਲ ਛੱਡਣਾ ਪੈਣਾ, ਇਹਨੂੰ ਖਾਲੀ ਕਰਨਾ ਪੈਣਾ। ਉਹਦੇ ਵਾਸਤੇ ਫਿਰ ਸਮੇਂ ਸਮੇਂ ਮੁਤਾਬਕ, ਜਿਵੇਂ ਬਾਬਾ ਫਰੀਦ ਜੀ ਕਹਿੰਦੇ ਵੀ ਇਹ ਜਿਹੜੇ ਚੱਬਣ ਸੀ ਦੰਦ ਛੱਡ ਜਾਂਦੇ, ਨਿਕਲ ਜਾਂਦੇ। ਜਿਹੜੀਆਂ ਅੱਖਾਂ ਸੀ ਅੱਖਾਂ ਛੱਡ ਜਾਂਦੀਆਂ, ਦਿਸਣੋਂ ਘੱਟ ਹੋ ਜਾਂਦਾ ਜਾਂ ਬੰਦ ਹੋ ਜਾਂਦੀ। ਜਿਹੜੇ ਕੰਨ ਸੀ ਕੰਨ ਸਾਹ ਛੱਡਣਾ ਸ਼ੁਰੂ ਹੋ ਜਾਂਦੇ, ਹੌਲੀ ਹੌਲੀ ਸਾਨੂੰ ਸੁਣਨਾ ਘੱਟ ਜਾਂਦਾ। ਲੱਤਾਂ ਬਾਹਾਂ ਇਹ ਸਾਹ ਛੱਡਣਾ ਸ਼ੁਰੂ ਹੋ ਜਾਂਦੀ, ਕਮਜ਼ੋਰ ਪੈ ਜਾਂਦੀ। ਹੁਣ ਆਪਾਂ ਨੂੰ ਕਹਿੰਦੇ ਵੀ ਇਹਨੇ ਇੱਕ ਦਿਨ ਜਾਣਾ, ਤੁਸੀਂ ਇਹਨੂੰ ਠੀਕ ਕਰਨ 'ਤੇ ਨਾ ਲੱਗੇ ਰਹੋ ਵੀ ਅਸੀਂ ਇਹਨੂੰ ਠੀਕ ਕਰ ਲਈਏ। ਇਹਨੇ ਤਾਂ ਇੱਕ ਦਿਨ ਬਿਨਸਣਾ ਹੀ ਬਿਨਸਣਾ, ਇਹ ਤਾਂ ਇੱਕ ਦਿਨ ਸਾਨੂੰ ਖਾਲੀ ਕਰਨਾ ਹੀ ਪੈਣਾ। ਤੁਸੀਂ ਆਪਦੇ ਅਸਲੀ ਘਰ ਦੀ ਪਹਿਚਾਣ ਕਰੋ ਵੀ ਇਹਨੂੰ ਛੱਡ ਕੇ ਅਸੀਂ ਜਾਣਾ ਕਿੱਥੇ। ਇਸ ਲਈ ਮਹਾਰਾਜ ਕਹਿੰਦੇ ਚੱਬਣ ਚੱਲਣ ਰਤਨ ਸੇ ਸੁਣੀਆਂ ਰਹਿ ਗਏ, ਹੇੜੇ ਮੋਤੀ ਧਾਸੇ ਜਾਨੀ ਚੱਲ ਗਏ। ਵੀ ਇਹ ਤਾਂ ਸਰੀਰ ਜਿਹਦੇ 'ਤੇ ਅਸੀਂ ਬੜਾ ਮਾਣ ਕਰਦੇ ਸੀ। ਕੋਈ ਸਮਾਂ ਸੀ ਸਾਨੂੰ ਲੱਗਦਾ ਸੀ ਅਸੀਂ ਬੜੇ ਸੋਹਣੇ ਬੜੇ ਜਵਾਨ ਹਾਂ ਜੀ, ਉਹ ਦਿਨ ਬੀਤ ਗਏ। ਸਰੀਰ ਸੀ ਜਿਹੜਾ, ਇਹਨੇ ਤਾਂ ਸਾਹ ਛੱਡਣਾ ਸ਼ੁਰੂ ਕਰ ਦਿੱਤਾ। ਦੰਦ ਸਾਹ ਛੱਡ ਗਏ, ਅੱਖਾਂ ਛੱਡ ਗਈਆਂ, ਕੰਨ ਛੱਡ ਗਏ, ਹੱਥ ਪੈਰ ਉਹ ਸਾਹ ਛੱਡਣਾ ਸ਼ੁਰੂ ਹੋ ਗਏ। ਹਾਲੇ ਵੀ ਮਹਾਰਾਜ ਕਹਿੰਦੇ ਵੀ ਤੁਸੀਂ ਸਮਝਦੇ ਨਹੀਂ, ਹਜੇ ਵੀ ਨਹੀਂ ਜਾਗਦੇ, ਹਜੇ ਵੀ ਨਹੀਂ ਇਹਦਾ ਮੋਹ ਛੱਡਦੇ। ਵੀ ਹਜੇ ਵੀ ਤੁਸੀਂ ਇਹਨੂੰ ਛੱਡੋ ਤਾਂ ਸਹੀ, ਵੀ ਇਹਦਾ ਮੋਹ ਝੂਠਾ, ਵੀ ਇਹ ਸਰੀਰ ਹੀ ਝੂਠਾ, ਇਹਨੇ ਨਾਲ ਨਹੀਂ ਜਾਣਾ, ਇਹ ਸਾਨੂੰ ਛੱਡਣਾ ਪੈਣਾ, ਇੱਕ ਦਿਨ ਖਾਲੀ ਕਰਨਾ ਪੈਣਾ। ਜੇ ਅਸੀਂ ਖਾਲੀ ਆਪਦੀ ਮਰਜ਼ੀ ਨਾਲ ਕਰ ਦਾਂਗੇ ਤਾਂ ਸੌਖਾ ਹੈ, ਜੇ ਨਹੀਂ ਕਰਾਂਗੇ ਫਿਰ ਜਾਮਾ ਕੇ ਕੱਢਣਗੇ ਇਹਦੇ 'ਚ। ਜਿਵੇਂ ਮੰਨ ਲਓ ਵੀ ਆਪਾਂ ਕਿਸੇ ਦਾ ਘਰ ਹੋਵੇ ਕਿਰਾਏ 'ਤੇ, ਆਪਾਂ ਉਹਦੇ 'ਤੇ ਕਬਜ਼ਾ ਕਰੀਏ ਵੀ ਸਾਡਾ ਇਹ 'ਚ, ਅਤੇ ਜਿਹਦਾ ਹੈਗਾ ਜੇ ਤਾਂ ਅਸੀਂ ਪਿਆਰ ਦੇ ਨਾਲ ਉਹਦੇ ਕਹਿਣ 'ਤੇ ਖਾਲੀ ਕਰ ਦਈਏ ਅਤੇ ਫਿਰ ਤਾਂ ਠੀਕ ਹੀ ਹੈ। ਜੇ ਨਹੀਂ ਕਰਾਂਗੇ ਤਾਂ ਅਗਲਾ ਧੱਕੇ ਨਾਲ ਚੱਕ ਕੇ ਬਾਹਰ ਕੱਢ ਦੇ, ਫਿਰ ਅਸੀਂ ਦੁਖੀ ਹੋਵਾਂਗੇ। ਕਿਉਂਕਿ ਜੇ ਅੱਗੇ ਪ੍ਰਬੰਧ ਨਹੀਂ ਕੀਤਾ, ਅੱਗੇ ਹੋਰ ਘਰ ਦੇਖਿਆ ਨਹੀਂ, ਫਿਰ ਜਾਵਾਂਗੇ ਕਿੱਥੇ। ਆਪਦਾ ਅਸਲੀ ਘਰ ਸੀ ਜਿਹੜਾ, ਉਹਦੀ ਪਹਿਚਾਣ ਨਹੀਂ ਕੀਤੀ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਾਂ ਤਾਂ ਤੁਸੀਂ ਆਪਦੇ ਆਪ ਇਹਨੂੰ ਖਾਲੀ ਕਰ ਦਿਓ, ਜੇ ਨਹੀਂ ਖਾਲੀ ਕਰੋਗੇ ਫਿਰ ਜਾਮਾ ਕੇ ਖਾਲੀ ਕਰਾਉਣਗੇ। ਜਦੋਂ ਉਹ ਖਾਲੀ ਕਰਾਉਂਦੇ ਫਿਰ ਉਦੋਂ ਤਕਲੀਫ ਬਹੁਤ ਹੁੰਦੀ ਸਨ। ਕਿਉਂਕਿ ਜਿਹੜੀ ਸਾਡੀ ਸੁਰਤੀ ਹੈ ਰੋਮਾਂ ਰੋਮਾਂ ਦੇ ਵਿੱਚ ਸਮਾਈ ਹੁੰਦੀ, ਉਹ ਖਾਲੀ ਨਹੀਂ ਕੀਤਾ ਪਹਿਲਾਂ, ਛੱਡਿਆ ਨਹੀਂ। ਜਦੋਂ ਫਿਰ ਉਹ ਕੱਢਦੇ, ਉਹ ਫਿਰ ਜਿਵੇਂ ਖੱਲ ਲਾਉਂਦੇ, ਇਸ ਤਰ੍ਹਾਂ ਫਿਰ ਸੁਰਤੀ ਨੂੰ ਜਦੋਂ ਬਾਹਰ ਕੱਢਦੇ ਫਿਰ ਇਹਨੂੰ ਤਕਲੀਫ ਬਹੁਤ ਹੁੰਦੀ, ਫਿਰ ਇਹ ਦੁੱਖ ਬਹੁਤ ਮਹਿਸੂਸ ਕਰਦਾ।
ਜੈਸ ਵਰਦਾਏ ਮਹਾਰਾਜ ਫਰਮਾਉਂਦੇ, ਫਰੀਦਾ ਜਿੰਦ ਨਮਾਣੀ ਕੱਢੀਏ ਹੱਡਾਂ ਕੂ ਕੜਕਾਏ। ਵੀ ਜਦੋਂ ਜਿੰਦ ਨੂੰ ਇਹਦੇ 'ਚੋਂ ਕੱਢਿਆ ਜਾਂਦਾ ਫਿਰ ਇਹਨੂੰ ਬਹੁਤ ਤਕਲੀਫ ਹੁੰਦੀ, ਬਹੁਤ ਦੁੱਖ ਹੁੰਦਾ। ਕਿਉਂਕਿ ਇਹਨੂੰ ਅਸੀਂ ਪਹਿਲਾਂ ਛੱਡਣਾ ਸਿੱਖਿਆ ਨਹੀਂ। ਸਤਿਗੁਰੂ ਸਾਨੂੰ ਇਹੋ ਕਹਿ ਰਹੇ ਵੀ ਜਿਉਂਦੇ ਜੀ ਮਰਨਾ ਸਿੱਖੋ, ਇਹਨੂੰ ਖਾਲੀ ਕਰਨਾ ਸਿੱਖੋ। ਜੇ ਖਾਲੀ ਕੀਤਾ ਹੋਏਗਾ, ਜਦੋਂ ਦੇਖਾਂਗੇ ਸਮਾਂ ਖਤਮ ਹੋ ਗਿਆ, ਅਸੀਂ ਸਿੱਧਾ ਹੀ ਆਪਦੇ ਘਰ ਚਲੇ ਜਾਵਾਂਗੇ। ਜਦੋਂ ਹੁਣ ਆਪਦਾ ਘਰ ਦੇਖਿਆ ਨਹੀਂ, ਇਹ ਬੇਗਾਨੇ ਨੂੰ ਆਪਦਾ ਸਮਝਦੇ, ਇਹਨੂੰ ਠੀਕ ਕਰਨ 'ਤੇ ਲੱਗੇ ਹੋਏ ਆ ਵੀ ਇਹ ਠੀਕ ਹੋ ਜਾਵੇ। ਇਹਨੇ ਠੀਕ ਤਾਂ ਕੀ ਹੋਣਾ, ਇਹਨੇ ਢਹਿ ਜਾਣਾ, ਇੱਕ ਦਿਨ ਖਤਮ ਹੋ ਜਾਣਾ। ਅਤੇ ਇਸ ਕਰਕੇ ਕਹਿੰਦੇ ਵੀ ਇਹਦਾ ਮੋਹ ਛੱਡੋ। ਹੁਣ ਜੇ ਫਿਕਰ ਕਰਨੀ, ਚਿੰਤਾ ਕਰਨੀ, ਤਾਂ ਆਪਦੇ ਉਹ ਘਰ ਦੀ ਕਰੋ ਵੀ ਜਿਹੜਾ ਘਰ ਅਸੀਂ ਦੇਖਿਆ ਨਹੀਂ। ਇਹਦਾ ਘਰ ਅਸੀਂ ਛੱਡ ਹੀ ਜਾਣਾ, ਇਹਨੂੰ ਤਾਂ ਖਾਲੀ ਕਰ ਹੀ ਜਾਣਾ ਅਸੀਂ, ਇਹ ਸਦਾ ਨਹੀਂ ਰਹਿਣਾ। ਇਸ ਲਈ ਮਹਾਰਾਜ ਕਹਿੰਦੇ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀਂ। ਵੀ ਜਿਹੜਾ ਘਰ ਤੂੰ ਛੱਡ ਜਾਣਾ, ਇਹਨੂੰ ਠੀਕ ਕਰਨ 'ਤੇ ਲੱਗਿਆ ਹਾਂ, ਦਿਨ ਰਾਤ ਇਹਦੇ ਬਾਰੇ ਕਰੀ ਜਾਂਦਾ ਵੀ ਇਹਨੂੰ ਕਿਵੇਂ ਨਾ ਕਿਵੇਂ ਮੈਂ ਠੀਕ ਕਰ ਲਾਂ, ਇਹ ਤੰਦਰੁਸਤ ਹੋ ਜੀ। ਜਿਹੜਾ ਘਰ ਸਾਡਾ ਅਸਲੀ, ਜਿਹਦੇ ਵਿੱਚ ਅਸੀਂ ਸਦਾ ਵਸਣਾ ਜਾ ਕੇ, ਉਹਦੀ ਚਿੰਤਾ ਹੀ ਨਹੀਂ, ਉਹਦਾ ਫਿਕਰ ਹੀ ਨਹੀਂ, ਵੀ ਉਹ ਘਰ ਅਸੀਂ ਦੇਖਿਆ ਹੀ ਨਹੀਂ। ਇਸ ਲਈ ਆਪਾਂ ਨੂੰ ਕਹਿੰਦੇ ਵੀ ਉਹ ਘਰ ਦੀ ਤਿਆਰੀ ਕਰੋ ਅਤੇ ਉਹ ਘਰ ਦੇਖੋ ਪਹਿਲਾਂ ਹੀ। ਜੇ ਅਸੀਂ ਪਹਿਲਾਂ ਹੀ ਉਹ ਘਰ ਦੇਖਿਆ ਹੋਏਗਾ ਤਾਂ ਫਿਰ ਸਾਡਾ ਇਹ ਭਰਮ ਖਤਮ ਹੋ ਜਾਂਦਾ। ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੇ ਘਰ 'ਚ ਤਾਂ ਸੌਖ ਹੀ ਸੌਖ ਹੈ, ਉੱਥੇ ਤਾਂ ਆਨੰਦ ਹੀ ਆਨੰਦ। ਵੀ ਆਹ ਤਾਂ ਅਸੀਂ ਐਵੇਂ ਦੁੱਖ ਇਕੱਠੇ ਕਰੀ ਜਾਂਦੇ ਹਾਂ, ਅਸੀਂ ਤਾਂ ਇੱਥੇ ਦੁੱਖਾਂ ਦੇ ਵਿੱਚ ਸੁੱਖ ਭਾਲਦੇ ਹਾਂ। ਵੀ ਇਹਦੇ ਵਿੱਚ ਸੁੱਖ ਨਹੀਂ ਹੈ, ਸੁੱਖ ਤਾਂ ਸਾਡੇ ਘਰ ਦੇ ਵਿੱਚ। ਫਿਰ ਸਾਨੂੰ ਦੁੱਖ ਨਹੀਂ ਹੋਏਗਾ ਇੱਥੋਂ ਜਾਣ ਦਾ, ਫਿਰ ਸਾਡੇ ਮਨ 'ਚ ਚਾਅ ਹੋਏਗਾ ਵੀ ਕਿਹੜਾ ਸਮਾਂ ਆਵੇ, ਮਾਲਕ ਸਾਨੂੰ ਬੁਲਾ ਲਵੇ ਅਤੇ ਅਸੀਂ ਆਪਦੇ ਘਰ ਬੈਠ ਜਾਈਏ, ਜਾ ਕੇ ਮੁੜ ਕੇ ਇੱਥੇ ਆਈਏ ਨਾ ਦੁੱਖਾਂ ਦੇ ਘਰ 'ਚ। ਇਸ ਅਵਸਥਾ 'ਚ ਫਿਰ ਭਗਤਾਂ ਨੇ ਆਖਿਆ, ਕਬੀਰ ਜਿਸ ਮਰਨੇ 'ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ 'ਤੇ ਪਾਈਏ ਪੂਰਨ ਪਰਮ ਆਨੰਦ। ਵੀ ਫਿਰ ਆਨੰਦ ਹੈ, ਆਪਦੇ ਘਰ ਦੇ ਵਿੱਚ ਸੁੱਖ। ਹੁਣ ਅਸੀਂ ਕਿਵੇਂ ਘਰ 'ਚ ਜਾਣਾ? ਇੱਕ ਵਾਰ ਸਾਡਾ ਮਨ ਘਰ ਚਲਾ ਜਾਵੇ, ਘਰ ਦਾ ਸੁੱਖ, ਘਰ ਦਾ ਆਨੰਦ ਲੈ ਲਵੇ, ਫਿਰ ਇਹਦਾ ਇੱਧਰ ਬਹੁਤਾ ਲਗਾ ਨਹੀਂ ਰਹਿੰਦਾ। ਫਿਰ ਇਹ ਚਾਹੁੰਦਾ ਵੀ ਮੈਂ ਆਪਦੇ ਘਰ ਹੀ ਬੈਠਾ ਰਹਾਂ, ਉੱਥੇ ਹੀ ਸੁੱਖ, ਉੱਥੇ ਹੀ ਆਨੰਦ। ਕਿਵੇਂ ਹੁਣ ਅਸੀਂ ਘਰ ਜਾਣਾ? ਉਹਦੇ ਵਾਸਤੇ ਆਪਾਂ ਨੂੰ ਮਹਾਰਾਜ ਜੀ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਸ ਸਿਮਰਨ ਕਰਦੇ ਫਿਰ ਆਪਾਂ ਨੂੰ ਮਾਲਕ 'ਤੇ ਭਰੋਸਾ ਹੁੰਦਾ, ਸਾਨੂੰ ਪ੍ਰਤੀਤ ਹੁੰਦੀ। ਨਾਲ ਨਾਲ ਆਪਾਂ ਸੰਗਤ ਕਰਾਂਗੇ, ਸਾਨੂੰ ਫਿਰ ਤਾਈਓ ਸਮਝਾਉਂਦੇ ਮਨ ਨੂੰ ਬਈ ਤੂੰ ਡੋਲ ਨਾ, ਤੂੰ ਪ੍ਰਤੀਤ ਰੱਖ, ਭਰੋਸਾ ਰੱਖ ਮਾਲਕ 'ਤੇ। ਅਤੇ ਭਰੋਸਾ ਤਾਈਓ ਬਣੇਗਾ ਜੇ ਅਸੀਂ ਸਿਮਰਨ ਕਰਾਂਗੇ, ਭਗਤੀ ਕਰਾਂਗੇ। ਇਸ ਲਈ ਫਰਮਾਉਂਦੇ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਜੈਨ ਵਧਾਇਸ ਤੂੰ ਕੀਆ, ਸੋਈ ਦੇ ਆਧਾਰ। ਵੀ ਜਿਹਨੇ ਸਾਨੂੰ ਪੈਦਾ ਕੀਤਾ ਉਹੀਓ ਸਾਡਾ ਆਸਰਾ ਹੈ, ਨਾਮ ਨੇ ਹੀ ਸਾਡਾ ਆਧਾਰ ਬਣਨਾ। ਜੇ ਹੁਣ ਅਸੀਂ ਆਸਰਾ ਮਾਲਕ ਨੂੰ ਬਣਾਵਾਂਗੇ, ਨਾਮ ਨੂੰ ਬਣਾਵਾਂਗੇ, ਫਿਰ ਇਹ ਸਾਡਾ ਆਸਰਾ ਸੱਚਾ ਹੈ। ਬਾਕੀ ਆਸਰੇ ਸੰਸਾਰ ਦੇ ਝੂਠੇ। ਆਈਓ ਮਹਾਰਾਜ ਕਹਿੰਦੇ, ਮਾਨਕ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕੇ ਭਗਵਾਨ। ਬਈ ਮਾਨਸ ਦੀ ਜਿਹੜੀ ਟੇਕ ਆਸਰਾ, ਉਹਨੂੰ ਝੂਠ ਸਮਝ, ਕਿਉਂਕਿ ਦੇਣ ਵਾਲਾ ਇੱਕੋ ਭਗਵਾਨ ਹੀ ਹੈ, ਮਾਲਕ। ਉਹ ਸਾਡਾ ਆਸਰਾ। ਇਸ ਵਾਸਤੇ ਹੁਣ ਅਸੀਂ ਵੱਧ ਤੋਂ ਵੱਧ ਸਿਮਰਨ ਕਰਨਾ ਮਾਲਕ ਦਾ, ਜਿਹਨੇ ਸਾਨੂੰ ਪੈਦਾ ਕੀਤਾ, ਸਾਡਾ ਮਾਤਾ ਪਿਤਾ ਹੈ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ, ਸਹਿਜ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਅਸੀਂ ਸਤ ਸੰਗਤ ਕਰਨੀ। ਇਹ ਜੋ ਗਿਆਨ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ, ਸਾਰਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਰੋਜ਼ ਦ੍ਰਿੜ ਕਰਦੇ ਹਾਂ, ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਮਨ 'ਚ। ਇਹ ਆਪਾਂ ਇਹ ਗਿਆਨ ਨੂੰ, ਗੁਰਬਾਣੀ ਗੁਰੂ ਨੂੰ ਕਮਾ ਕੇ, ਮੰਨ ਕੇ, ਆਪਦਾ ਜੋ ਜੀਵਨ ਹੈ ਇਹਨੂੰ ਸਫਲ ਕਰ ਸਕੀ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਏ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ।